किते कारपोरेट मॉडल के खिलाफ जिन्नियां भी पार्टियां मेन सीगियां ये चो दिखाओ ਜਾਂ ਜਿਹੜੀ ਹੁਣ सत्ता च ਉਹ दिखा दो कारपोरेट के खिलाफ उस एजेंडे के एक शब्द भी कदे कह दे। पार्टी ਦੇ तक बीबी ने खरड़ तो MLA अनमोल गगन मान उन्होंने कहा सी सानू पावर दिओ 24 घंटे जी सारियां फसलों ते MSP लागू करांगे कि ये संभव है या सिर्फ इन्हां दे दावे सीगे। ਜਿਹੜੀ ਕਹਿੰਦੇ ਨੇ ਅੱਧੀ ਅਧੂਰੀ ਜਾਣਕਾਰੀ ਮੂਰਖਾਨਾ ਹੁੰਦੀ ਹੈ, ਕੋਈ ਫਾਇਦਾ ਨਹੀਂ। ਮੂਰਖ ਤੋਂ ਵੀ ਜ਼ਿਆਦਾ ਅੱਗੇ ਦੀ ਗੱਲ ਹੁੰਦੀ ਹੈ। ਡਾਂਗ ਤਾਂ ਮਾਰਨੀ ਨਹੀਂ ਹੁੰਦੀ ਕਿਸੇ ਨਾ ਕਿਸੇ ਦੇ ਜਾ ਕੇ। ਜਦੋਂ ਬੰਦਾ ਬੋਲਦਾ ਉਹਦੀ ਲਿਆਕਤ ਦਾ ਲੈਵਲ ਮਤਲਬ ਪਤਾ ਲੱਗ ਜਾਂਦਾ। ਤੁਸੀਂ ਤਾਂ ਛੱਡੋ, ਦੇਸ਼ ਦੀ ਕੋਈ ਵੀ ਸਟੇਟ ਇਸ ਕਾਬਲ ਨਹੀਂ ਹੈ ਕਿ ਉਹ MSP ਦੀ ਗਰੰਟੀ ਕਰ ਸਕੇ। 1 ਕਿਲੋ ਚੌਲ ਵਾਸਤੇ 5000 ਲੀਟਰ ਪਾਣੀ ਲੱਗਦਾ ਔਰ ਸਾਡੇ ਕੋਲ 14.5 ਲੱਖ ਟਿਊਬਵੈੱਲ ਜਿਹੜੇ ਲਗਾਤਾਰ ਪਾਣੀ ਕੱਢਦੇ ਨੇ। ਬੰਜਰ ਬਣ ਹੋਣ ਵੱਲ ਪੰਜਾਬ ਜਾ ਰਿਹਾ। ਪੰਜਾਬ ਨੇ ਤਾਂ ਬਚਣਾ ਹੈ ਜੇ ਇਹਦੇ ਚੋਂ ਨਿਕਲਿਆ ਜਾਏ। कि सरकार दी फिर ये मनशा ही सही नहीं है, मान लीए कि उन्होंने दो चों कड्ढणी नहीं चाहती। ਤੁਸੀਂ 23 ਦੀ MSP ਜਿਹੜੀ ਅਨਾਉਂਸ ਕਰਦੇ ਹੋ ਉਹਦੀ ਖਰੀਦ ਦੀ ਗਾਰੰਟੀ ਦੇ ਦਿਓ ਕਾਨੂੰਨੀ ਤੌਰ ਤੇ। ਇੱਕ ਵਾਰ ਆਲੂ ਦਿੰਦਾ ਠੀਕ ਠਾਕ ਰੇਟ, ਅਗਲੇ ਵਾਰ ਜਦੋਂ ਬਹੁਤੇ ਬੀਜ ਲੈਂਦੇ ਨੇ ਫਿਰ ਉਹਨੂੰ 2 ਰੁਪਏ ਕਿਲੋ ਵੀ ਕੋਈ ਨਹੀਂ ਪੁੱਛਦਾ। ਮੱਕੀ ਦਾ ਰੇਟ ਸੀ 1450 ਰੁਪਏ ਕੁਇੰਟਲ, ਸਾਰੇ ਦੁਆਬੇ ਦੇ ਵਿੱਚ 600 ਤੋਂ 800 ਰੁਪਏ ਵਿਕੀ ਹੈ। ਕੁਦਰਤੀ ਆਫਤ ਕਿਸੇ ਵੀ ਫਸਲ ਤੇ ਆ ਸਕਦੀ ਹੈ ਤਾਂ ਫਿਰ MSP ਦੇ ਹਿਸਾਬ ਦੇ ਨਾਲ ਘੱਟੋ ਘੱਟ ਪ੍ਰਬੰਧ ਵੀ ਕੋਈ ਇਹੋ ਜਿਹਾ ਕੀਤਾ ਜਾਵੇ ਨਾ ਕਿ ਆਹ ਫਸਲ ਜੇ ਖਰਾਬ ਹੁੰਦੀ ਹੈ ਤੇ ਇੰਨੇ ਪੈਸੇ ਅਸੀਂ ਕਿਸਾਨ ਨੂੰ ਦੇਣੇ ਆ। ਜਿਵੇਂ ਪ੍ਰਾਈਮ ਮਿਨਿਸਟਰ ਨੇ ਕਿਹਾ 2016 'ਚ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਹੈ ਨਾ। ਉਹ ਦੁੱਗਣੀ ਕਿਵੇਂ ਕਰ ਦੋਗੇ? ਦੁੱਗਣੀ ਕਰਨ ਦਾ ਕੋਈ ਫਾਰਮੂਲਾ ਆਉਣਾ ਚਾਹੀਦਾ। ਜਿਵੇਂ ਸਰਕਾਰੀ ਮੁਲਾਜ਼ਮਾਂ ਦਾ ਪੇ ਕਮਿਸ਼ਨ ਬੈਠਦਾ ਹਰ ਵਾਰ, ਉਵੇਂ ਕਿਸਾਨੀ ਦੇ ਮਾਮਲੇ 'ਚ, ਖੇਤੀ ਦੇ ਮਾਮਲੇ ਦੇ ਵਿੱਚ ਵੀ ਇੱਕ ਤਨਖਾਹ ਕਮਿਸ਼ਨ ਬਣਾਓ। ਤਨਖਾਹ ਕਮਿਸ਼ਨ ਨਾ ਬਣਾਓ, ਆਮਦਨ ਕਮਿਸ਼ਨ। ਉਹਨੂੰ ਤੁਸੀਂ ਇਨਕਮ ਕਮਿਸ਼ਨ ਕਹਿ ਸਕਦੇ। ਅਡਾਨੀਆਂ ਦੇ ਸੈਲੋਜ਼ ਦੇ ਵਿੱਚ ਕਿਸਾਨਾਂ ਨੇ ਕਣਕ ਸੁੱਟੀ ਤੇ ਕੋਈ ਕਿਸਾਨਾਂ ਨੂੰ ਕਹਿ ਰਿਹਾ ਕਿ ਜੀ ਇਹਨਾਂ ਨੇ 700 ਸ਼ਹੀਦੀ ਨੂੰ ਭੁੱਲ ਕੇ ਉਹਦਾ ਮੁੱਲ ਨਹੀਂ ਪਾਇਆ, ਤੇ ਕੋਈ ਕਿਸਾਨਾਂ ਨੂੰ ਆਖ ਰਿਹਾ ਕਿ ਠੀਕ ਹੈ ਜੀ ਜਿੱਥੇ ਵੱਧ ਪੈਸੇ ਮਿਲਦੇ ਨੇ ਉੱਥੇ ਜਾਓ। ਅਡਾਨੀ ਦਾ ਹੈ ਉਹ FCI ਨੇ ਠੇਕੇ ਤੇ ਲਿਆ ਹੋਇਆ ਆਲਰੇਡੀ ਠੇਕੇ ਤੇ। ਤੁਸੀਂ ਇਹ ਤਾਂ ਵਿਰੋਧ ਕਰ ਸਕਦੇ ਹੋ ਕਿ FCI ਨੇ ਅਡਾਨੀ ਦਾ ਕਿਉਂ ਸੈਲੋ ਠੇਕੇ ਤੇ ਲਿਆ ਹੋਇਆ, ਔਰ ਇਦੋਂ ਬਾਅਦ ਸਗੋਂ ਚਾਲ ਤਾਂ ਇਹ ਸੀ ਇਹਨਾਂ ਨੇ ਠੇਕੇ ਤੇ ਲਿਆ ਹੋਇਆ ਕਿ ਅਡਾਨੀ ਬਣਾ ਲੂਗਾ ਉੱਥੇ, ਹੌਲੀ ਹੌਲੀ FCI ਦੇ ਦੂਜੇ ਵੀ ਖਰੀਦ ਲੂਗਾ। ਇਹ ਰਿਪਲੇਸ ਕਰਨਾ ਤਿੰਨੇ ਕਾਨੂੰਨਾਂ ਦੇ ਤਹਿਤ ਤੇ ਤਾਂ ਕਿ ਉਹਨਾਂ ਕੋਲ ਇੱਕ ਇਨਫਰਾਸਟ੍ਰਕਚਰ ਰਹੇ। ਇਹ ਇੱਕ ਲੰਮੇ ਦਾਅ ਦੀ ਖੇਡ। ਜੋ ਸਰਕਾਰ ਕਰਨਾ ਚਾਹੁੰਦੀ ਸੀ ਖੇਤੀ ਕਾਨੂੰਨ ਲਿਆ ਕੇ, ਇਹ ਕਿਹਾ ਜਾ ਸਕਦਾ ਕਿ ਹੁਣ ਸਰਕਾਰ ਕਰ ਰਹੀ ਹੈ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਵੀ ਉਹੀ ਕੁਝ ਹੋ ਰਿਹਾ। ਨਹੀਂ, ਸਰਕਾਰ ਦੀ ਕੋਸ਼ਿਸ਼ ਤਾਂ ਇਹ ਰਹੂਗੀ। ਇਹ ਤਾਂ ਲੜਾਈ ਹੈ ਅਸਲ 'ਚ, ਦੋ ਵਿਚਾਰਾਂ ਦੀ ਲੜਾਈ ਹੈ, ਦੋ ਧਿਰਾਂ ਦੀ ਲੜਾਈ। ਕਿਸਾਨਾਂ ਨੂੰ ਸਸਤੀ ਲੇਬਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ। ਸਸਤੀ ਲੇਬਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ ਤੇ ਸਸਤੀ ਵੀ ਤੇ ਵਾਧੂ ਵੀ, ਮਤਲਬ ਉਹਨੂੰ ਕੰਮ ਵੀ ਨਾ ਮਿਲੇ। ਇਸੇ ਕਰਕੇ ਉਹਨਾਂ ਨੇ ਇੱਕ ਸਿਸਟਮ ਬਣਾ ਰੱਖਿਆ ਕਿ ਖੇਤੀ 'ਚੋਂ ਬੰਦੇ ਕੱਢਣੇ। ਕਿਸਾਨਾਂ ਨੇ ਅੰਦੋਲਨ ਜਿੱਤਿਆ। ਅੰਦੋਲਨ ਦੀਆਂ ਸ਼ਰਤਾਂ ਸੀ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ MSP ਸਾਰੀਆਂ ਫਸਲਾਂ ਤੇ ਲਾਗੂ ਕੀਤੀ ਜਾਵੇ। ਖੇਤੀ ਕਾਨੂੰਨ ਤਾਂ ਵਾਪਸ ਹੋਏ ਪਰ MSP ਹਜੇ ਤੱਕ ਲਾਗੂ ਨਹੀਂ ਹੋਇਆ। ਜੇ MSP ਲਾਗੂ ਆ ਤਾਂ 2 ਫਸਲਾਂ ਤੇ, ਕਣਕ ਅਤੇ ਝੋਨੇ ਤੇ। ਕਣਕ ਦਾ ਇਸ ਵਾਰ ਉਹ ਹਾਲ ਹੋਇਆ ਕਿ ਜਿਹੜਾ 1/3 ਝਾੜ ਜਿਹੜਾ ਕਿ ਕਿਸਾਨਾਂ ਦਾ ਘਟਿਆ ਕਣਕ ਦਾ, ਤੇ ਵੱਡਾ ਘਾਟਾ ਜਿਹੜਾ ਕਿਸਾਨਾਂ ਨੂੰ ਪਿਆ। ਤੇ ਦੂਜੇ ਪਾਸੇ ਝੋਨਾ ਜਿਹੜਾ ਸਾਡੇ ਧਰਤੀ ਦੇ ਹੇਠਲੇ ਪਾਣੀ ਨੂੰ ਤਬਾਹ ਕਰ ਰਿਹਾ। ਇਸੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ। ਸਰ, ਜਿਸ ਤਰ੍ਹਾਂ ਮੈਂ ਕਿਹਾ ਕਿ ਕਣਕ ਆ ਇਸ ਵਾਰ ਝਾੜ ਘਟ ਗਿਆ, ਝੋਨਾ ਸਾਡੇ ਪਾਣੀ ਨੂੰ ਖਾ ਰਿਹਾ, ਤਾਂ ਜਿਹੜਾ ਕਿਸਾਨ ਨੂੰ ਘਾਟਾ ਦਿਨ ਬ ਦਿਨ ਵੱਧਦਾ ਜਾ ਰਿਹਾ, ਤੇ ਇਹ 'ਚੋਂ ਕਿਸਾਨ ਫਿਰ ਕਿਵੇਂ ਨਿਕਲੇ? ਵੈਸੇ ਤਾਂ ਇਕੱਲਾ ਇੰਨੀ ਗੱਲ ਨਹੀਂ, ਓਵਰਆਲ ਪਾਲਿਸੀ ਦਾ ਕੁਐਸਚਨ ਹੈ, ਡਿਜ਼ਾਈਨ ਹੈ ਐਗਰੀਕਲਚਰ ਦੇ ਖਿਲਾਫ, ਖੇਤੀਬਾੜੀ ਦੇ ਖਿਲਾਫ। ਪਰ ਇਹ ਪਾਰਟੀਕੂਲਰ ਸਾਡੀ ਜਿਹੜੀ ਚੀਜ਼ ਹੈ ਕਿ ਝੋਨਾ, ਹਾਂ ਠੀਕ ਹੈ, ਪਾਣੀ, ਕਿਉਂਕਿ ਕਿਹਾ ਜਾਂਦਾ 1 ਕਿਲੋ ਚੌਲ ਵਾਸਤੇ 5000 ਲੀਟਰ ਪਾਣੀ ਲੱਗਦਾ, ਤੇ ਉਹ ਪਾਣੀ ਕਿਉਂਕਿ ਸਾਡੀ ਨੈਚੁਰਲ ਫਸਲ ਨਹੀਂ ਹੈ, ਉਹ ਤਾਂ ਦੇਸ਼ ਨੂੰ ਲੋੜ ਸੀ ਅਨਾਜ ਦੀ ਉਸ ਸਮੇਂ, ਤੇ ਸਾਡੇ ਲਿਆ ਕੇ ਬੀਜੀ ਗਈ ਤੇ ਉਹ ਝਾੜ ਵੀ ਦਿੰਦੀ ਸੀ। ਲੋਕ ਇਸ ਪਾਸੇ ਲੱਗੇ, ਕਾਹਦੇ ਕਰਕੇ ਲੱਗੇ? 2 ਗੱਲਾਂ ਨੇ ਇਹਦੇ 'ਚ ਸਭ ਤੋਂ ਇੰਪੋਰਟੈਂਟ। ਪਹਿਲੀ ਗੱਲ ਇਹ ਹੈ ਕਿ ਕਣਕ ਝੋਨੇ ਦਾ ਰੋਟੇਸ਼ਨ ਇਸ ਕਰਕੇ ਜ਼ਰੂਰੀ ਹੋ ਗਿਆ ਕਿਉਂਕਿ ਇਹਦੀ ਐਸ਼ੋਰਡ ਮਾਰਕੀਟ ਹੋ ਗਈ ਤੇ ਐਸ਼ੋਰਡ ਆਮਦਨ ਹੋ ਗਈ, ਕਿਉਂਕਿ MSP ਇਹਦੀ ਮਿਲਦੀ ਸੀ ਤੇ ਦਾਣਾ ਚੱਕਣ ਦੀ ਇੱਕ ਪਾਲਿਸੀ ਸੀ। ਹੋਰ ਕਿਸੇ ਵੀ ਪਾਲਿਸੀ ਜਿਹੜੀ ਫਸਲ ਦਾ ਗਵਰਨਮੈਂਟ ਆਫ ਇੰਡੀਆ ਨੇ ਗਰੰਟੀ ਨਹੀਂ ਦਿੱਤੀ। ਤੇ ਫਿਰ ਇਹ ਹੋ ਗਿਆ ਕਿ ਇਹਦੇ 'ਤੇ ਸਾਡੀ ਖੋਜ ਹੋਈ। ਜਿਵੇਂ ਪੰਜਾਬ ਦੇ ਵਿੱਚ ਓਵਰਆਲ ਟੋਟਲ ਤੁਸੀਂ ਦੇਖੋ ਹੁਣ ਇਹ ਟੋਟਲ ਮੈਕਨਾਈਜ਼ਡ ਹੈ। ਇਹਨੂੰ ਧਿਆਨ 'ਚ ਰੱਖ ਕੇ ਸਾਰੀਆਂ ਰੂਰਲ ਮੰਡੀਆਂ ਬਣੀਆਂ ਹੋਈਆਂ ਨੇ। ਇਹਨੂੰ ਧਿਆਨ 'ਚ ਰੱਖ ਕੇ ਕਿ ਸਾਡੇ ਹਲਾਂ ਤੋਂ ਲੈ ਕੇ, ਹੈਰੋਂ ਤੋਂ ਲੈ ਕੇ, ਟਰੈਕਟਰਾਂ ਦੇ ਸੰਦਾਂ ਤੋਂ ਲੈ ਕੇ, ਡਿਫਰੈਂਟ ਟਾਈਪ ਦੀਆਂ ਜੋ ਚੀਜ਼ਾਂ ਨੇ ਉਹ ਸਾਰੀਆਂ ਆਈਆਂ ਨੇ। ਹੋਰਾਂ ਫਸਲਾਂ ਲਈ ਅਸੀਂ ਟੈਕਨੋਲੋਜੀ ਵੀ ਵਿਕਸਿਤ ਨਹੀਂ ਕੀਤੀ ਉਸ ਪੱਧਰ 'ਤੇ। ਅਤੇ ਜਦੋਂ ਤੁਸੀਂ ਉਹਦੇ 'ਚ ਫਸ ਜਾਂਦੇ ਹੋ ਫਿਰ, ਔਰ ਸਾਡੇ ਕੋਲ 14.5 ਲੱਖ ਟਿਊਬਵੈੱਲ ਜਿਹੜੇ ਲਗਾਤਾਰ ਪਾਣੀ ਕੱਢਦੇ ਨੇ,
ਔਰ ਵਿਗਿਆਨੀ ਤਾਂ ਇਹ ਕਹਿ ਰਹੇ ਨੇ ਕਿ ਅਗਲੇ ਥੋੜ੍ਹੇ ਸਾਲ ਹੀ ਜਾਂਦੇ ਨੇ ਮਤਲਬ, ਔਰ ਤੁਸੀਂ ਬੰਜਰ ਬਣ ਹੋਣ ਵੱਲ ਪੰਜਾਬ ਜਾ ਰਹੇ ਆ ਅਤੇ ਬੋਤਲਾਂ ਦਾ ਪਾਣੀ ਵਿਕਦਾ, ਪਾਮ ਦੇਖਦੇ ਆ ਅਤੇ ਪ੍ਰਦੂਸ਼ਿਤ ਪਾਣੀ ਸਾਡੇ ਸਾਹਮਣੇ ਹੈ। ਇਹ ਸੰਕਟ ਤਾਂ ਇਸ ਰੂਪ ਦੇ ਵਿੱਚ ਹੈ ਹੀ ਹੈ। ਇਹ ਸੰਕਟ ਦੇ ਵਿੱਚੋਂ ਨਿਕਲਣ ਦੇ ਵਾਸਤੇ ਤਾਂ ਇੱਕ ਪਾਰਟੀਕੂਲਰ ਯੋਜਨਾ ਦੀ ਲੋੜ ਹੈ। ਪਾਰਟੀਕੂਲਰ ਯੋਜਨਾ ਦੀ ਲੋੜ ਇਹ ਹੈ ਕਿ ਜਿਵੇਂ ਸਰਕਾਰ ਨੇ ਜਿਹੜੇ ਸਪੋਰਟ ਕਰਕੇ ਇੱਧਰ ਲਾਇਆ ਲੋਕਾਂ ਨੂੰ, ਤਾਂ ਹੁਣ ਉਹਨਾਂ ਨੂੰ ਛੱਡ ਨਹੀਂ ਦੇਣਾ ਚਾਹੀਦਾ। ਮੰਝਧਾਰ ਦੇ ਵਿੱਚ ਉਹਨਾਂ ਦੀ ਬਾਂਹ ਫੜ ਕੇ, ਉਂਗਲ ਫੜ ਕੇ ਇਹਦੇ 'ਚੋਂ ਕੱਢਣ ਲਈ ਸਹਾਇਤਾ ਕਰਨੀ ਚਾਹੀਦੀ ਹੈ। ਜਿਵੇਂ ਇਹਦੇ 'ਤੇ ਇੱਕ ਪ੍ਰਪੋਜ਼ਲ ਬਣਾਈ ਸੀ, ਜੌਲ ਕਮੇਟੀ ਦੀਆਂ 2 ਰਿਪੋਰਟਾਂ ਨੇ। ਸਰਦਾਰਾ ਸਿੰਘ ਜੌਲ ਦੀ ਅਗਵਾਈ 'ਚ ਇੱਕ 1986 'ਚ ਕਮੇਟੀ ਬਣੀ ਸੀ, ਜਦੋਂ ਬਰਨਾਲਾ ਮਿਨਿਸਟਰੀ ਬਣੀ ਸੀ। ਉਦੋਂ ਤੋਂ ਹੀ ਉਹ ਕਹਿ ਰਿਹਾ ਕਿ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਪੰਜਾਬ ਨੂੰ। ਦੂਜੀ ਕਮੇਟੀ ਬਣੀ ਫਿਰ 2003-04 ਦੇ ਵਿੱਚ ਆ ਕੇ, ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਦੋਂ ਉਹਨਾਂ ਨੇ ਇੱਕ ਪ੍ਰਪੋਜ਼ਲ ਭੇਜੀ ਸੀ। ਪ੍ਰਪੋਜ਼ਲ ਇਹ ਭੇਜੀ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਸਾਡੀ ਇਹ ਸਪੋਰਟ ਕਰੋ ਕਿ ਜਿੰਨੀ ਝੋਨਾ ਸਾਨੂੰ ਆਮਦਨ ਦਿੰਦਾ ਹੈ, ਓਨੀ ਆਮਦਨ ਦੀ ਗਰੰਟੀ ਕਰਨ ਦੇ ਵਾਸਤੇ ਤੁਸੀਂ ਪਰ ਏਕੜ ਸਹਾਇਤਾ ਦੇ ਦਿਓ। ਜਿਹੜਾ ਕਿਸਾਨ ਇਹ ਕਹਿੰਦਾ, ਮੰਨ ਲਓ ਉਹਨੂੰ ਤੁਸੀਂ 5000 ਰੁਪਈਆ ਜਾਂ 10000 ਰੁਪਈਆ ਦਿੰਦੇ ਹੋ, 5000 ਰੁਪਈਆ ਪਰ ਏਕੜ ਦੇ ਦਿਓ ਕਿ ਆਹ ਫੜ 5000 ਤੇਰਾ ਪੈ ਦੇ, ਤੂੰ ਝੋਨੇ ਤੋਂ ਬਿਨਾਂ ਜੋ ਮਰਜ਼ੀ ਬੀਜੇ, ਤੈਨੂੰ ਕੈਸ਼ ਦੇਤਾ ਸੀ। ਅਤੇ ਜਿੰਨੇ ਲੋਕ ਉੱਧਰ ਡਿਵਰਟ ਕਰਦੇ ਜਾਣਗੇ। ਇਹ ਤੁਸੀਂ ਘੱਟੋ ਘੱਟ 10 ਸਾਲ ਤੱਕ ਤਾਂ ਲਾਗੂ ਕਰੋ ਤਾਂ ਕਿ ਉਸ ਢੰਗ ਨਾਲ ਡਾਇਵਰਸ਼ਨ ਹੋ ਸਕੇ। ਉਹ ਪ੍ਰੋਜੈਕਟ ਵੀ ਵਿੱਚੇ ਰੁਲ ਗਿਆ ਅਤੇ ਬਾਕੀ ਕੁਝ ਨਹੀਂ ਕਿਸੇ ਨੇ ਕੀਤਾ। ਹੁਣ ਉਦੋਂ ਨਾਲੋਂ ਵੀ ਬਹੁਤ ਹਾਲਤ ਮਾੜੀ ਹੋ ਗਈ ਹੈ, 2004 ਨਾਲੋਂ ਵੀ ਹੁਣ ਤਾਂ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਹੈ, ਕਿਉਂਕਿ ਐਗਰੀਕਲਚਰ ਡਿਪਾਰਟਮੈਂਟ ਦਾ ਇੱਕ ਅਨੁਮਾਨ ਸੀ 5 ਸਾਲ ਪੁਰਾਣਾ, ਉਹ ਵੀ ਇੱਦੋਂ। ਉਹ ਅਨੁਮਾਨ ਇਹ ਹੈ ਕਿ ਲੋਕਾਂ ਨੂੰ 22,000 ਕਰੋੜ ਰੁਪਇਆ, ਲੋਕਾਂ ਨਹੀਂ ਕਿਸਾਨਾਂ ਨੂੰ 22,000 ਕਰੋੜ ਰੁਪਈਆ ਉਦੋਂ ਪਹਿਲੇ 20 ਸਾਲ ਦੇ ਦੌਰਾਨ ਆਪਣੇ ਬੋਰ ਡੂੰਘੇ ਕਰਨ 'ਤੇ, ਨਵੀਆਂ ਮੋਟਰਾਂ ਖਰੀਦਣ 'ਤੇ ਜਾਂ ਨਵੇਂ ਬੋਰ ਕਰਨ 'ਤੇ ਲਾਉਣਾ ਪਿਆ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਦੇ ਵਿੱਚ ਲਗਭਗ 25% ਜਿਹੜੇ ਟਿਊਬਵੈੱਲ ਨੇ, ਬੋਰ ਨੇ, ਉਹ ਜਾਂ ਡੂੰਘੇ ਕਰਨੇ ਪੈਂਦੇ ਨੇ ਜਾਂ ਨਵੇਂ ਲਾਉਣੇ ਪੈਂਦੇ ਨੇ, ਬੰਦ ਹੋ ਜਾਂਦੇ ਨੇ। ਉਹ ਜਿਹੜੀ ਕਾਸਟ ਕਿਸੇ ਉਹਦੇ 'ਚ ਆਉਂਦੀ, ਉਹ ਨਹੀਂ ਗਿਣਤੀ ਮਿਣਤੀ 'ਚ ਨਹੀਂ ਆਉਂਦੀ। ਇਹ ਥੋੜ੍ਹਾ ਨਹੀਂ ਹੈ, 22,000 ਕਰੋੜ ਨਾਰਮਲ ਗੱਲ ਨਹੀਂ ਹੈ ਕਿ ਜੇਕਰ ਉਹਨੇ ਕਿ ਕਿਸਾਨਾਂ 'ਤੇ ਤੁਸੀਂ ਵੰਡ ਕੇ ਦੇਖੋਗੇ। ਇਸ ਲਈ ਉਹ ਕਾਸਟ ਵੱਧਦੀ ਹੈ। ਉਹ ਜਿਵੇਂ ਕਾਸਟ ਵੱਧਦੀ ਆ ਉਸ ਪੱਧਰ ਦੇ ਉੱਤੇ ਉਹਦੀ ਭਰਪਾਈ ਨਹੀਂ। ਹੁਣ ਉਹ ਕਹਿੰਦੇ ਨੇ ਅਸੀਂ ਨਹੀਂ ਖਰੀਦਣਾ ਦਾਣਾ ਜਾਂ ਆਪਾਂ ਪਿੱਛੇ ਲੈ ਜਾਂਦੇ ਹਾਂ, ਤੁਸੀਂ ਉਹਨਾਂ ਦੇ ਤੁਹਾਡੇ ਡਾਇਵਰਸੀਫਿਕੇਸ਼ਨ ਕਰੋ। ਕਿਸਾਨਾਂ ਨੇ ਆਪਣੇ ਆਪ ਟਰਾਈ ਕੀਤੀ, ਇਹ ਕੀਤੀ ਕਿ ਕਿਸੇ ਨੇ ਆਲੂ ਬੀਜਿਆ, ਕਿਸੇ ਨੇ ਸੂਰਜਮੁਖੀ ਬੀਜੀ, ਕਿਸੇ ਨੇ ਮੱਕੀ ਬੀਜੀ, ਕਿਸੇ ਨੇ ਵੱਖ-ਵੱਖ ਤਰੀਕਾ ਬੀਜਿਆ। ਹੁਣ ਬੜੀ ਵਾਰ ਇਹ ਹੁੰਦਾ ਉਹ ਸੱਟਾ ਹੋ ਗਿਆ। ਇੱਕ ਵਾਰ ਆਲੂ ਦਿੰਦਾ ਠੀਕ ਠਾਕ ਰੇਟ, ਅਗਲੇ ਵਾਰ ਜਦੋਂ ਬਹੁਤੇ ਬੀਜ ਲੈਂਦੇ ਨੇ ਫਿਰ ਉਹਨੂੰ 2 ਰੁਪਏ ਕਿਲੋ ਵੀ ਕੋਈ ਨਹੀਂ ਪੁੱਛਦਾ। ਔਰ ਉਦੋਂ ਬਾਅਦ ਫਿਰ ਜਦੋਂ ਤੁਸੀਂ ਮੱਕੀ ਬੀਜੀ, ਮੱਕੀ ਦਾ ਰੇਟ ਸੀ 1450 ਰੁਪਏ ਕੁਆਂਟਲ ਆ ਸਾਰੇ ਦੁਆਬੇ ਦੇ ਵਿੱਚ, 600 ਤੋਂ 800 ਰੁਪਏ ਵਿਕੀ ਹੈ ਅਤੇ ਉਹ ਉਹਨਾਂ ਵੀ ਝਾੜ ਨਹੀਂ ਦਿੰਦੇ। ਮੁੜ ਕੁੜ ਕੇ ਲੋਕ ਬਾਰ-ਬਾਰ ਕਿਸਾਨ ਉੱਥੇ ਆ ਰਿਹਾ ਜਿੱਥੇ ਮਤਲਬ ਉਹ ਜਿੱਥੋਂ ਹਟਣਾ ਚਾਹੁੰਦਾ। ਉਹ ਕਿਉਂ ਆਉਣਾ ਚਾਹੁੰਦਾ ਹੈ, ਉਹ ਕਿਉਂ ਮਤਲਬ ਉੱਥੇ ਆ ਰਿਹਾ, ਉਹ ਚਾਹੁੰਦਾ ਤਾਂ ਡਾਇਵਰਸੀਫਿਕੇਸ਼ਨ ਹੈ, ਪਰ ਉੱਥੇ ਆ ਕੇ ਮਜਬੂਰੀ ਹੈ। ਕਿਉਂਕਿ ਇਕਨੋਮਿਕਸ ਜਿਹੜੀ ਹੁੰਦੀ ਹੈ, ਅਰਥ ਵਿਵਸਥਾ, ਇਹ ਬਹੁਤ ਵੱਡੇ ਮਾਅਨੇ ਰੱਖਦੀ ਹੈ। ਉਹਨੇ ਪਰਿਵਾਰ ਵੀ ਪਾਲਣਾ, ਉਹਨੂੰ ਉਹ 'ਚੋਂ ਜੋ 4 ਪੈਸੇ ਬਚਣਗੇ ਤਾਂ ਉੱਧਰ ਜਾਊਗਾ, ਦੂਜੇ 'ਚੋਂ ਨਹੀਂ ਬਚੇਗਾ। ਔਰ ਜਿਵੇਂ ਕਿੰਨੇ ਲੋਕ ਕਹਿੰਦੇ ਨੇ ਪਰਾਲੀ ਨਾ ਫੂਕੋ ਜੀ ਫਲਾਨਾ, ਉਹ ਤਾਂ ਕਹਿੰਦਾ ਨਹੀਂ ਫੂਕਦਾ, ਉਹਨੇ ਪੈਸੇ ਦੇ ਦਿਓ ਜਿੰਨੇ ਮੇਰੇ ਵਾਧੂ ਲੱਗਦੇ ਨੇ। ਇਸੇ ਲਈ ਇਕੱਲੀ ਨਸੀਹਤ ਦੇ ਨਾਲ ਜਾਂ ਇਕੱਲਾ ਇਹ ਕਹਿ ਕੇ ਜੀ ਤੁਸੀਂ ਠੀਕ ਨਹੀਂ ਹੈ, ਤੁਸੀਂ ਇੱਧਰ ਆ ਜਾਓ, ਉਹਦੇ ਨਾਲ ਕੰਮ ਨਹੀਂ ਚੱਲਦਾ। ਸਰਕਾਰਾਂ ਅਤੇ ਸਟੇਟਾਂ ਇਸੇ ਕੰਮ ਲਈ ਹੁੰਦੀਆਂ ਨੇ। ਹੁਣ ਜਾਂ ਤਾਂ ਜਿਹੜਾ ਇਹ ਨੁਕਸਾਨ ਹੋ ਰਿਹਾ, ਇਹਦੀ ਭਰਪਾਈ ਇਕੱਲਾ ਕਿਸਾਨ ਕਰੇ, ਜਾਂ ਇਹ ਸਮਾਜ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਲਵੇ, ਭਾਰ ਵੰਡਾਵੇ। ਔਰ ਉਹ ਭਾਰ ਵੰਡਾਉਣ ਲਈ ਤਿਆਰ ਨਹੀਂ ਹੈ ਫਿਲਹਾਲ। ਔਰ ਇਸੇ ਕਰਕੇ ਡਾਇਵਰਸੀਫਿਕੇਸ਼ਨ ਹੋ ਨਹੀਂ ਰਹੀ। ਸਾਡੇ ਆਲਮੋਸਟ 28 ਲੱਖ ਹੈਕਟੇਅਰ ਤੋਂ ਝੋਨੇ 'ਚ ਰਕਬਾ ਨਹੀਂ ਘਟ ਰਿਹਾ। ਬੜਾ ਜ਼ਿਆਦਾ ਜ਼ੋਰ ਲਾ ਲਿਆ ਉਸੇ ਪੱਧਰ ਦੇ ਉੱਤੇ। ਤਾਂ ਮੋੜਵੀਂ ਫਸਲ ਕਣਕ ਹੈ, ਇਹ ਉਦੋਂ ਵੀ ਜ਼ਿਆਦਾ ਹੀ ਹੁੰਦੀ ਹੈ। ਆਲਮੋਸਟ 34 ਲੱਖ ਹੈਕਟੇਅਰ ਦੇ ਵਿੱਚ ਅਸੀਂ ਕਣਕ ਦੀ ਜਿਹੜੀ ਬਿਜਾਈ ਕਰਦੇ ਹਾਂ। ਅਤੇ ਜਦੋਂ ਜਿਉਂ-ਜਿਉਂ ਝੋਨੇ ਦੀ ਫਸਲ ਦੇ ਵਿੱਚ ਅਸੀਂ ਲਗਾਤਾਰ ਫਸੇ ਹੋਏ ਹਾਂ, ਔਰ ਉਹਨੇ ਸਾਨੂੰ ਕਿਸਾਨ ਨੂੰ ਕਰਜ਼ੇ 'ਚ ਵੀ ਫਸਾਇਆ, ਕਿਉਂਕਿ ਟਰੈਕਟਰ ਵੀ ਵੱਡੇ, ਗਾਹੜ ਵੀ ਕਰਨਾ ਹੈ, ਉਹਨੇ ਸਾਡੀ ਟੈਕਸਚਰ ਵੀ ਖਰਾਬ ਕੀਤੀ ਹੈ ਜ਼ਮੀਨ ਦੀ। ਉਹਦੇ 'ਚ ਪਾਣੀ ਖੜਾ ਰੱਖਣਾ ਵੀ, ਉਹਨਾਂ ਨੂੰ ਕੱਖ ਕੰਡੇ ਦੇ ਕਰਕੇ ਕੱਖ ਪੈਦਾ ਹੁੰਦੇ ਨੇ, ਜ਼ਰੂਰੀ ਹੈ। ਉਹ ਮਲਟੀਪਲ ਚੀਜ਼ਾਂ ਫਿਰ ਨਾਲ ਜੁੜ ਜਾਂਦੀਆਂ ਨੇ। ਹੁਣ ਉਹਦੀ ਸਪੋਰਟ ਲਈ ਜ਼ਰੂਰੀ ਕੀ ਹੈ, ਜੇ ਇਹਦੇ 'ਚੋਂ ਨਿਕਲਣਾ ਤਾਂ ਹਾਈ ਪੰਜਾਬ ਨੇ ਤਾਂ ਬਚਣਾ ਹੈ ਜੇ ਇਹਦੇ 'ਚੋਂ ਨਿਕਲਿਆ ਜਾਏਗਾ। ਅਤੇ ਗੌਰਮੈਂਟ ਆਫ ਇੰਡੀਆ 2 ਗੱਲਾਂ ਕਰੇ, ਜਾਂ ਤਾਂ ਇੱਕ ਜਿਹੜੀ ਵੱਡੀ ਡਿਮਾਂਡ ਹੈ, ਮੇਨ ਗੱਲ ਤਾਂ ਇੰਨੀ ਹੈ ਕਿ ਤੁਸੀਂ ਦੂਜੀਆਂ ਫਸਲਾਂ ਦੀ ਵੀ ਖਰੀਦ ਦੀ ਗਰੰਟੀ ਕਰ ਦਿਓ, ਘੱਟੋ ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਰੰਟੀ ਦੇ ਦਿਓ। ਜਦੋਂ ਮੈਂ ਜਿੱਦਾਂ ਗੱਲ ਕਰਦੇ ਕਿ 23 ਫਸਲਾਂ ਤੇ ਹਾਲਾਂਕਿ ਹੈ, ਪਰ ਮਿਲਦਾ ਜਿਸ ਤਰ੍ਹਾਂ ਤੁਸੀਂ ਮੱਕੀ ਤੇ ਕਿਹਾ, ਮਿਲਦਾ ਕਿਹੜੀਆਂ ਤੇ ਆ? ਸਿਰਫ 2 ਤੇ ਮਿਲਦਾ ਹੈ ਨਹੀਂ। ਕੀ ਸਰਕਾਰ ਦੀ ਫਿਰ ਇਹ ਮਨਸ਼ਾ ਹੀ ਸਹੀ ਨਹੀਂ ਮੰਨ ਲਈਏ ਕਿ ਉਹਨਾਂ 2 ਚੋਂ ਕੱਢਣੀ ਨਹੀਂ ਚਾਹੁੰਦੀ? ਨਹੀਂ, ਸਵਾਲ ਹੀ ਇਹ ਹੈ ਕਿ ਤੁਸੀਂ 23 ਦੀ MSP ਜਿਹੜੀ ਅਨਾਉਂਸ ਕਰਦੇ ਹੋ,
ਉਹਦੀ ਖਰੀਦ ਦੀ ਗਾਰੰਟੀ ਦੇ ਦਿਓ ਕਾਨੂੰਨੀ ਤੌਰ ਤੇ। ਜੇ ਨਾਲ ਖਰੀਦ ਦੀ ਗਾਰੰਟੀ ਜੋੜ ਦੋਗੇ, ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਕੋਈ ਨੁਕਸਾਨ ਹੋਏਗਾ। ਇੱਕ ਜਿਹੜੇ ਸਰਕਾਰੀ ਟਾਈਪ ਦੇ ਜਾਂ ਕਾਰਪੋਰੇਟ ਪੱਖੀ ਜਿਹੜੇ ਅਰਥ ਸ਼ਾਸਤਰੀ ਨੇ, ਉਹ ਫਿਗਰ ਦਿੰਦੇ ਨੇ ਕਿ ਜੀ 17 ਲੱਖ ਕਰੋੜ ਰੁਪਏ ਦਾ ਬੋਝ ਕਿੱਥੋਂ ਗਵਰਨਮੈਂਟ ਝੱਲੇਗੀ, ਤੇ ਸਾਰਾ 39 ਲੱਖ ਕਰੋੜ ਦਾ ਬਜਟ ਹੈ, ਇਹ ਤਾਂ ਅੱਧਾ ਉਹ ਖਾ ਜਾਣਗੇ, ਅੱਧਾ ਜੇ ਖਾ ਜਾਣਗੇ ਉਹ। ਔਰ ਕੋਈ ਇਹ ਨਹੀਂ ਕਹਿੰਦਾ ਵੀ ਉਹ ਜਿਹੜਾ 17 ਲੱਖ ਕਰੋੜ ਦਾ ਖਰੀਦੋ, ਪਹਿਲੇ ਤਾਂ ਉਹ ਫਿਗਰ ਕਿੱਥੋਂ ਆਈ ਹੈ, ਉਹ ਆਪਦੇ ਆਪ 'ਚ ਗਲਤ ਫਿਗਰ ਹੈ। ਤੇ ਜੇਕਰ ਤੁਸੀਂ ਇਹ ਵੀ ਮੰਨ ਲਓ ਕਿ ਕੁਝ ਖਰਚ ਹੋਊਗਾ ਤਾਂ ਉਹ ਵੀ ਸਰਕਾਰ ਕਿਤੇ ਵੇਚਦੀ ਹੈ, ਉਹ ਕੋਈ ਐਂ ਤਾਂ ਨਹੀਂ ਆਪਦੇ ਘਰ ਰੱਖ ਲੈਂਦੀ, ਉਹ ਵੀ ਅੱਗੇ ਤੋਂ ਅੱਗੇ ਕੋਈ ਸਸਤਾ ਦੇ ਦੂ ਤਾਂ ਉਹਦੇ 'ਚੋਂ ਜਿਹੜਾ ਸਰਕਾਰ ਨੂੰ ਖਰਚ ਕਰਨਾ ਪਊ। ਮੰਨ ਲਓ 1 ਲੱਖ ਕਰੋੜ ਰੁਪਇਆ ਵਾਧੂ 2 ਲੱਖ ਕਰੋੜ ਦਾ ਖਰਚ ਹੁੰਦਾ ਹੈ। ਜੇ 2 ਲੱਖ ਕਰੋੜ ਰੁਪਇਆ ਖਰਚ ਕਰਕੇ ਸਰਕਾਰ, ਤਾਂ ਲਗਭਗ ਅੱਧੀ ਵਰਕਫੋਰਸ ਦੇਸ਼ ਦੀ ਬੇਰੁਜ਼ਗਾਰ ਹੈ, ਜਿਹੜੇ ਟੋਟਲ ਸਾਡੇ ਲਗਾਤਾਰ ਬੇਰੁਜ਼ਗਾਰੀ ਵੱਧ ਰਹੀ ਹੈ। ਅੱਜ ਵੀ ਅੱਧੀ ਵਰਕਫੋਰਸ ਖੇਤੀ 'ਤੇ ਨਿਰਭਰ ਹੈ। ਅੱਧੀ ਵਰਕਫੋਰਸ ਨੂੰ ਤੁਸੀਂ ਰੁਜ਼ਗਾਰ ਦੇ ਹੀ ਰੱਖ ਸਕਦੇ ਹੋ ਖੇਤੀ ਦੇ ਵਿੱਚ ਕੇਵਲ 2 ਲੱਖ ਕਰੋੜ ਨਾਲ, ਤਾਂ ਇੱਕ ਇੰਡਸਟਰੀਅਲਿਸਟ ਨੂੰ ਤੁਸੀਂ 1 ਲੱਖ ਕਰੋੜ ਰੁਪਏ ਦਾ ਦੇ ਦਿੰਦੇ ਹੋ, ਮਾਫ ਕਰ ਦਿੰਦੇ ਹੋ ਵੱਖ-ਵੱਖ ਮਾਮਲਿਆਂ ਦੇ ਵਿੱਚ। ਔਰ ਇਹ ਕਿਹਾ ਗਿਆ ਕਿ ਪਿਛਲੇ ਜੇ 10-15 ਸਾਲਾਂ ਦਾ ਅੰਦਾਜ਼ਾ ਲਾਉਂਦੇ ਹੋ ਤਾਂ 34 ਲੱਖ ਕਰੋੜ ਰੁਪਏ ਦੇ ਕਰੀਬ ਤੁਸੀਂ ਉਹਨਾਂ ਨੂੰ ਮਾਫ ਕਰ ਚੁੱਕੇ ਹੋ ਵੱਖ-ਵੱਖ ਤਰੀਕਿਆਂ ਦੇ ਨਾਲ। ਕਦੇ ਕੋਈ ਡਿਊਟੀ 'ਚ ਰਿਬੇਟ ਦੇਤੀ, ਕਸਟਮ ਡਿਊਟੀ 'ਚ ਰਿਬੇਟ ਦੇਤੀ, ਕਦੇ ਕਰਜ਼ਾ ਮਾਫੀ, ਕਦੇ ਉਹਨੂੰ ਬੈਡ ਲੋਨ ਕਹਿ ਕੇ ਤੁਸੀਂ ਉਹਨਾਂ ਨੂੰ ਦੇਤਾ। ਤੇ ਦੂਜੇ ਪਾਸੇ ਤੁਸੀਂ ਬੈਡ ਲੋਨ ਨਹੀਂ, ਖੇਤੀ ਨੂੰ ਵੀ ਜੇ ਉਵੇਂ ਹੀ ਮੰਨਦੇ ਹੋ, ਜਦ ਕਦੇ ਉਹ ਘਾਟੇ 'ਚ। ਬੈਡ ਲੋਨ ਕੀ ਹੈ? ਬੈਡ ਲੋਨ ਤੁਸੀਂ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਇੰਡਸਟਰੀ ਲਈ ਕਿ ਇਹ ਲਾਈ ਸੀ, ਇਹਨੇ ਉਦਮੀ ਬੰਦਾ, ਇਹਦੇ ਕੋਲੋਂ ਚੱਲੀ ਨਹੀਂ, ਉਨੀ ਆਮਦਨ ਨਹੀਂ ਹੋ ਰਹੀ, ਹੁਣ ਇਹ ਨਾਨ ਪਰਫਾਰਮਰ ਅਸੈਟ ਡਿਕਲੇਅਰ ਕਰ ਦਿਓ ਤੇ ਉਹ ਮਾਫ ਕਰ ਦਿਓ। ਤਾਂ ਖੇਤੀ 'ਚ ਵੀ ਤਾਂ ਨਾਨ ਪਰਫਾਰਮਿੰਗ ਅਸੈਟ ਕਹਿ ਸਕਦੇ ਹੋ ਤੁਸੀਂ, ਇਹ ਵੀ ਤਾਂ ਉਹੀ ਜੋ ਚੀਜ਼ ਹੈ। ਬਲਕਿ ਇੰਡਸਟਰੀ ਉਨੀ ਕੁਦਰਤ 'ਤੇ ਨਿਰਭਰ ਨਹੀਂ, ਖੇਤੀ ਤਾਂ ਟੋਟਲੀ ਕੁਦਰਤ 'ਤੇ ਨਿਰਭਰ ਹੈ। ਮੰਨ ਲਓ ਆ ਆਪਾਂ ਦੇਖ ਹੀ ਰਹੇ ਹਾਂ ਕਿ ਪਹਿਲਾਂ ਜਦੋਂ ਮੀਂਹ ਬਹੁਤ, ਬਰਸਾਤ ਬੇਮੌਸਮੀ ਬਹੁਤ ਹੋਈ ਹੈ, ਉਦੋਂ ਵੀ ਕਣਕ ਨੂੰ ਵੀ, ਕਣਕ ਤੋਂ ਇਲਾਵਾ ਆਲੂ ਕਿੰਨੇ ਏਰੀਏ 'ਚ ਗਲ ਗਏ ਨੇ, ਵਿੱਚੇ ਪਏ, ਮਤਲਬ ਕਿਉਂਕਿ ਉਦੋਂ ਆਲੂਆਂ ਦਾ ਸੀਜ਼ਨ ਦੇ ਵਿੱਚ ਸੀਗਾ, ਵਿੱਚ ਗਲ ਗਏ ਨੇ। ਕਿੰਨੇ ਲੋਕਾਂ ਦਾ ਨੀਰਾ ਚਾਰਾ ਹੋਰ ਜਿਹੜੀ ਕਾਸਟ ਉਹ ਆਪਾਂ ਜੇ ਗਿਣਦੇ ਹੀ ਨਹੀਂ, ਉਹਦੇ 'ਚ ਫਰਕ ਪਿਆ ਤੇ ਹੁਣ ਫੇਰ ਫਰਕ ਪੈ ਗਿਆ। ਇਹਦੇ ਲਈ ਕੋਈ ਤੁਹਾਡੇ ਕੋਲ ਸਪੋਰਟਿਵ ਚੀਜ਼ ਨਹੀਂ ਹੈ। ਇੱਕ ਤਰੀਕਾ ਤਾਂ ਇਹ ਹੈ ਵੀ ਗਵਰਨਮੈਂਟ ਪਰਮਾਨੈਂਟ ਦਾ ਤਰੀਕਾ ਕਿ ਉਹਦੇ ਤੇ MSP ਦੀ ਖਰੀਦ ਦੀ ਕਾਨੂੰਨੀ ਗਾਰੰਟੀ ਕਰੇ, ਜਿਹੜੀ ਕਿਸਾਨ ਮੰਗ ਰਹੇ ਨੇ ਬਾਕੀ ਫਸਲਾਂ ਤੇ। ਅੱਛਾ ਸਰ, ਇੱਕ ਇਹ ਉਹ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਦਰਤੀ ਆਫਤ ਕਿਸੇ ਵੀ ਫਸਲ ਤੇ ਆ ਸਕਦੀ ਆ, ਤਾਂ ਫਿਰ MSP ਦੇ ਹਿਸਾਬ ਦੇ ਨਾਲ ਘੱਟੋ ਘੱਟ ਪ੍ਰਬੰਧ ਵੀ ਕੋਈ ਇਹੋ ਜਿਹਾ ਕੀਤਾ ਜਾਵੇ ਨਾ ਕਿ ਆਹ ਫਸਲ ਜੇ ਖਰਾਬ ਹੁੰਦੀ ਹੈ ਤੇ ਇੰਨੇ ਪੈਸੇ ਅਸੀਂ ਕਿਸਾਨ ਨੂੰ ਦੇਣੇ ਆ ਮੁਆਵਜ਼ਾ। ਤੇ ਦੂਜੀ ਗੱਲ ਮੈਂ ਜਿਹੜੀ ਇਹ ਕਹਿ ਰਿਹਾ ਇਹਦੇ ਨਾਲ, ਦੂਜੀ ਗੱਲ ਸਭ ਤੋਂ ਬੜੀ ਗੱਲ ਇਹ ਹੈ ਕਿ ਜਿਵੇਂ ਪ੍ਰਾਈਮ ਮਿਨਿਸਟਰ ਨੇ ਕਿਹਾ 2016 'ਚ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਹੈ ਨਾ। ਉਹ ਦੁੱਗਣੀ ਕਿਵੇਂ ਕਰ ਦੋਗੇ? ਦੁੱਗਣੀ ਕਰਨ ਦਾ ਕੋਈ ਫਾਰਮੂਲਾ ਆਉਣਾ ਚਾਹੀਦਾ। ਉਹ ਫਾਰਮੂਲੇ ਦਾ ਇੱਕੋ ਹੀ ਤਰੀਕਾ ਹੈ, ਜਿਵੇਂ ਸਰਕਾਰੀ ਮੁਲਾਜ਼ਮਾਂ ਦਾ ਪੇ ਕਮਿਸ਼ਨ ਬੈਠਦਾ ਹਰ ਵਾਰ, ਉਵੇਂ ਕਿਸਾਨੀ ਦੇ ਮਾਮਲੇ 'ਚ, ਖੇਤੀ ਦੇ ਮਾਮਲੇ ਦੇ ਵਿੱਚ ਵੀ ਇੱਕ ਤਨਖਾਹ ਕਮਿਸ਼ਨ ਬਣਾਓ। ਤਨਖਾਹ ਕਮਿਸ਼ਨ ਨਾ ਬਣਾਓ, ਆਮਦਨ ਕਮਿਸ਼ਨ, ਉਹਨੂੰ ਤੁਸੀਂ ਇਨਕਮ ਕਮਿਸ਼ਨ ਕਹਿ ਸਕਦੇ ਹੋ। ਉਹ ਇਨਕਮ ਕਮਿਸ਼ਨ ਹਿਸਾਬ ਕਿਤਾਬ ਲਾਵੇ। ਉਹ ਹਿਸਾਬ ਕਿਤਾਬ ਲਾ ਕੇ ਜਿਹੜੇ ਸਾਲ ਕੋਈ ਫਸਲ ਮਰ ਗਈ, ਕੋਈ ਕੁਝ ਹੋ ਗਿਆ, ਮਤਲਬ ਉਹਦੀ ਆਮਦਨ ਦੀ ਗਾਰੰਟੀ ਕਰੇ ਕਿ ਇੰਨੀ ਗਾਰੰਟੀ ਕਰਦੇ ਆ। ਜਿਵੇਂ ਜੇਤਲੀ ਸਾਹਿਬ ਜਦੋਂ ਸੀਗੇ ਫਾਈਨਾਂਸ ਮਿਨਿਸਟਰ, ਤੇ ਉਦੋਂ ਇੱਕ ਅੰਦਾਜ਼ਾ, ਇੱਕ ਪਾਰਲੀਮੈਂਟ ਦੇ ਵਿੱਚ ਜਿਹੜਾ ਇਕਨੋਮਿਕ ਸਰਵੇ ਆਉਂਦਾ ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਸਾਡੇ ਨਾਰਮਲੀ ਸਾਡੇ ਦੇਸ਼ ਦੇ ਵਿੱਚ 4.5 ਮੈਂਬਰਾਂ ਦੀ ਫੈਮਿਲੀ ਹੈ ਐਵਰੇਜ। ਔਰ ਉਹਦੇ 'ਚੋਂ ਕਹਿੰਦੇ ਸੀ ਵੀ ਜੇ ਉਹਨੂੰ ਥੋੜ੍ਹਾ ਜਿਹਾ ਠੀਕ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ ਤਾਂ ਘੱਟੋ ਘੱਟ 18,000 ਰੁਪਏ ਮਹੀਨਾ ਉਹਦੀ ਆਮਦਨ ਚਾਹੀਦੀ ਹੈ। ਬਾਅਦ ਦੇ ਵਿੱਚ ਉਹ ਫਿਗਰ 24,000 ਹੋ ਗਈ, ਜਿਵੇਂ ਜਿਵੇਂ ਮਹਿੰਗਾਈ ਵਧੀ ਪਿਛਲੇ ਸਮੇਂ ਦੇ ਵਿੱਚ। ਹੁਣ ਤੁਸੀਂ ਅੰਦਾਜ਼ਾ ਲਾਓ ਕਿ 24,000 ਰੁਪਏ ਮਹੀਨੇ ਦੀ ਆਮਦਨ, ਸਰਕਾਰੀ ਅੰਕੜੇ ਇਹੀ ਕਹਿੰਦੇ ਨੇ, ਜੇ ਕਿਸਾਨ ਦੀ ਆਮਦਨ ਤੁਸੀਂ ਮਿਥ ਲਓ, ਸਾਡੇ 5 ਏਕੜ ਵਾਲੇ ਕਿਸਾਨ ਦੀ ਆਮਦਨ, ਜੌਹਰ ਕਮੇਟੀ ਦੀ ਰਿਪੋਰਟ ਇਹੀ ਕਹਿੰਦੇ ਸਰਕਾਰੀ ਪੀਅਨ ਤੋਂ ਘੱਟ ਹੈ। ਸਰਕਾਰੀ ਖੇਤਰ 'ਚ ਲੱਗਿਆ ਜਿਹੜਾ ਪੀਅਨ ਹੈ 5 ਏਕੜ ਵਾਲੇ ਦੀ ਉਦੋਂ ਘੱਟ ਆਮਦਨ ਹੈ। ਤੇ ਦੂਜੀ ਗੱਲ, ਜਿਹੜਾ ਇੱਕ ਸੈਂਸਜ ਸਮਾਜਿਕ ਤੇ ਇਕਨੋਮਿਕ ਸੈਂਸਜ ਹੋਇਆ 2011, 82 ਸਾਲਾਂ ਬਾਅਦ ਸਾਡੇ ਦੇਸ਼ 'ਚ ਕੀਤਾ ਸੀ ਉਹ, ਤੇ ਉਹਦੇ ਮੁਤਾਬਕ ਪੰਜਾਬ ਦੇ ਪਿੰਡਾਂ ਦੇ ਖੇਤਰ ਦੇ 58% ਲੋਕਾਂ ਦੀ ਆਮਦਨ, ਪਰਿਵਾਰਾਂ ਦੀ 5,000 ਰੁਪਏ ਮਹੀਨੇ ਤੋਂ ਘੱਟ ਹੈ, ਜਿਹਦੇ 'ਚ ਮਜ਼ਦੂਰ ਨੇ, ਥੋੜ੍ਹਾ ਬਹੁਤ ਕੋਈ ਗੋਹਾ ਕੂੜਾ ਕਰ ਲਿਆ, ਕਿਤੇ ਕੁਛ ਹੋਰ ਕਰ ਲਿਆ, ਜਾਂ ਬਾਕੀ ਹੋ ਗਿਆ, ਉਹ ਜਿਹੜੇ ਸਿਸਟਮ ਦੇ ਵਿੱਚ ਆਉਂਦੇ ਨੇ। ਤਾਂ ਫਿਰ ਤੁਹਾਡੇ ਜਿਹੜੇ ਅੰਕੜੇ ਤੁਹਾਡੇ ਸਾਹਮਣੇ ਨੇ, ਗੌਰਮੈਂਟ ਨੂੰ ਕਿਸੇ ਤੋਂ ਲੈਣ ਤਾਂ ਜਾਣਾ ਨਹੀਂ ਹੈ। ਉਹਦੀ ਇੱਕ ਸਨਮਾਨਜਨਕ ਜ਼ਿੰਦਗੀ ਜਿਉਣ ਜੋ ਉਹਦੀ ਗਾਰੰਟੀ ਤਾਂ ਕਰੋਗੇ ਨਾ, ਉਹ ਗਾਰੰਟੀ ਇਸ ਤਰੀਕੇ ਨਾਲ ਹੈ। ਹੁਣ ਜਿਹੜੀ ਇਦੋਂ ਅਗਲਾ ਜਿਹੜਾ ਸਵਾਲ ਹੈ ਕਿ ਇੱਕ ਬੜੀ ਗੱਲ ਇਹ ਕਹਿੰਦੇ ਨੇ ਫਸਲ ਬੀਮਾ ਯੋਜਨਾ ਦੇ ਦਾਂਗੇ। ਇਹ ਬੀਮਾ ਯੋਜਨਾ ਦਾ ਜਿਹੜਾ ਕਨਸੈਪਟ ਆ ਉਹ ਇੱਥੇ ਲਾਗੂ ਹੋਇਆ ਹੀ ਨਹੀਂ, ਔਰ ਨਾ ਹੀ ਉਹ ਫਰਾਡ ਸਾਬਤ ਹੋਇਆ। ਪੰਜਾਬ ਨੇ ਤਾਂ ਉਹ ਲਾਗੂ ਹੀ ਨਹੀਂ ਕੀਤਾ। ਜਿੱਥੇ ਕਿਤੇ ਵੀ ਹਰਿਆਣਾ ਸਮੇਤ ਵੱਖ-ਵੱਖ ਥਾਵਾਂ 'ਤੇ ਲਾਗੂ ਹੋਇਆ, ਬੀਮਾ ਕੰਪਨੀਆਂ ਤਾਂ ਮਾਲਾ ਮਾਲ ਹੋ ਗਈਆਂ ਪਰ ਕਿਸਾਨ ਬਰਬਾਦ ਹੋ ਗਏ।
ਮੁਕੱਦਮੇ ਚੱਲ ਰਹੇ ਨੇ ਤੇ ਬਾਕੀ ਸਾਰਾ ਕੁਛ ਉਹ ਨਹੀਂ ਹੋ ਰਿਹਾ। ਹਜ਼ਾਰਾਂ ਕਰੋੜ ਲੁੱਟ ਕੇ ਲੈ ਗਈਆਂ ਬੀਮਾ ਕੰਪਨੀਆਂ। ਇਹਦੇ 'ਚ ਗਵਰਨਮੈਂਟ ਦੀ ਇੰਟਰਵੈਂਸ਼ਨ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਜੇ ਤੁਸੀਂ ਕਹਿ ਦਿਓ ਤੇ ਤੂੰ ਬੀਮਾ ਕੰਪਨੀ ਤੇ ਇਹ, ਔਰ ਇਸੇ ਤਰ੍ਹਾਂ ਤੁਸੀਂ ਜਿਵੇਂ ਕਾਰਪੋਰੇਟ ਨੂੰ ਕਹਿੰਦੇ ਨੇ ਕਿਸਾਨ ਨੂੰ ਵੀ ਤੂੰ ਉਹਦੇ ਨਾਲ ਸਮਝੌਤਾ ਕਰ ਲੈ, ਤੇ ਉਹ ਦੋਨਾਂ ਦਾ ਕੋਈ ਬਾਰਗੇਨਿੰਗ ਪਾਵਰ ਹੀ ਨਹੀਂ ਹੈ, ਇਕੱਠੀ ਹੋ ਨਹੀਂ ਸਕਦੀ। ਬਾਰਗੇਨਿੰਗ ਪਾਵਰ ਬਰਾਬਰ ਦੀ ਹੁੰਦੀ ਹੈ, ਤਾਕਤਾਂ ਦੇ ਸਮਤੋਲ ਹੁੰਦੇ ਨੇ। ਜੇਕਰ ਉਹ ਤੁਸੀਂ ਨਹੀਂ ਕਰ ਸਕਦੇ। ਜੇ ਦੁਨੀਆ ਦਾ ਆਪਾਂ ਦੇਖਦੇ ਹਾਂ, ਦੁਨੀਆ ਪੱਧਰ ਦੇ ਉੱਤੇ ਕਿਸਾਨੀ ਘਾਟੇ 'ਚ ਹੈ, ਦੁਨੀਆ ਪੱਧਰ ਦੇ ਉੱਤੇ ਕਿਸਾਨ ਖੁਦਕਸ਼ੀ ਕਰ ਰਿਹਾ ਹੈ। ਇਹਦਾ ਮਤਲਬ ਐਦੋਂ ਵੀ ਵੱਡਾ ਸਵਾਲ ਤਾਂ ਇੱਕ ਪੂਰੇ ਖੇਤੀ ਦੇ ਖਿਲਾਫ ਡਿਜ਼ਾਈਨ ਦਾ ਹੈ। ਔਰ ਖੇਤੀ ਦੇ ਖਿਲਾਫ ਡਿਜ਼ਾਈਨ ਕਿਉਂ ਹੈ? ਕਿਉਂਕਿ ਕਾਰਪੋਰੇਟ ਵਿਕਾਸ ਦਾ ਜਿਹੜਾ ਮਾਡਲ ਹੈ ਸਾਡੇ ਕੋਲ, ਉਹ ਮਾਡਲ ਇਹ ਕਹਿੰਦਾ ਕਿ ਵਿਕਾਸ ਕਿਹਨੂੰ ਕਹਿੰਦੇ ਨੇ? ਵਿਕਾਸ ਕਹਿੰਦੇ ਨੇ ਇੰਡਸਟਰੀਅਲਾਈਜ਼ਡ ਦੇਸ਼ਾਂ ਨੂੰ। ਵਿਕਾਸ ਕਹਿੰਦੇ ਨੇ ਜਿਹੜਾ ਖੇਤੀ ਨੂੰ ਅਸੀਂ ਮੁੱਢਲਾ ਸੈਕਟਰ ਮੰਨਦੇ ਆ ਵੀ ਇਹ ਹੁਣ ਬੈਕਵਰਡ ਹੋ ਗਿਆ, ਇਹਦਾ ਕੋਈ ਫਾਇਦਾ ਨਹੀਂ ਤੇ ਆਪਾਂ ਨੂੰ ਵਿਕਾਸ 'ਚ ਨਹੀਂ ਆਉਂਦਾ, ਇਹ ਪਛੜਿਆ ਹੋਇਆ ਕਿੱਤਾ ਹੈ। ਇਸੇ ਕਰਕੇ ਉਹਨਾਂ ਨੇ ਇੱਕ ਸਿਸਟਮ ਬਣਾ ਰੱਖਿਆ ਕਿ ਖੇਤੀ 'ਚੋਂ ਬੰਦੇ ਕੱਢਣੇ ਨੇ, ਖੇਤੀ 'ਚੋਂ ਬੰਦੇ ਕੱਢ ਕੇ ਸਸਤੀ ਲੇਬਰ ਜਿਹੜੀ ਹੈ ਇੰਡਸਟਰੀ 'ਚ ਜਾਵੇ। ਕਿਸਾਨਾਂ ਨੂੰ ਸਸਤੀ ਲੇਬਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ, ਸਸਤੀ ਲੇਬਰ ਬਣਾਉਣ ਦੀਆਂ ਕੋਸ਼ਿਸ਼ਾਂ ਨੇ, ਤੇ ਸਸਤੀ ਵੀ ਤੇ ਵਾਧੂ ਵੀ। ਮਤਲਬ ਉਹਨੂੰ ਕੰਮ ਵੀ ਨਾ ਮਿਲੇ, ਸਸਤੀ ਤਾਂ ਮਿਲੂਗੀ ਜੇ ਲੇਬਰ ਦੀ ਬਹੁਲਤ ਹੋਊਗੀ। ਮਤਲਬ ਇੰਨੇ 10,000 ਬੰਦਾ ਕੰਮ ਮੰਗਣ ਵਾਲਾ ਤੇ 1,000 ਰੁਪਏ ਬੰਦੇ ਲਈ ਕੰਮ ਹੈ, ਤੇ ਤਾਂ ਸਸਤੀ ਲੇਬਰ ਆਉਂਦੀ ਹੈ। ਔਰ ਉੱਥੇ ਕਿਉਂਕਿ ਅਜੇ ਜਿਹੜੇ ਡਿਵੈਲਪਡ ਕੰਟਰੀਜ਼ ਨੇ, ਉੱਥੇ ਸਿਵਲ ਸੁਸਾਇਟੀ ਦਾ ਇੰਨਾ ਕੁ ਦਬਦਬਾ ਹੈ ਹਜੇ, ਉਹ ਭੁੱਖੇ ਨਹੀਂ ਮਾਰ ਸਕਦੇ। ਇਸੇ ਕਰਕੇ ਉਹਨਾਂ ਦੀਆਂ ਜਿਹੜੀਆਂ WTO ਦੇ ਤਹਿਤ ਸਬਸਿਡੀਆਂ ਨੇ, ਚਾਹੇ ਉਹ ਗ੍ਰੀਨ ਬਾਕਸ ਹੈ ਚਾਹੇ ਉਹ ਬਲੂ ਬਾਕਸ ਹੈ, ਤੇ ਸਾਡਾ ਤਾਂ ਰੈੱਡ ਬਾਕਸ 'ਚ ਕਰਕੇ ਸਾਡੇ ਤਾਂ ਸਬਸਿਡੀ ਦਾ ਲੈਵਲ ਵੀ ਨਹੀਂ ਹੋਇਆ। ਉਹ ਅਰਬਾਂ ਡਾਲਰ ਸਬਸਿਡੀ ਦਿੰਦੇ ਨੇ, ਜਿਹਦੇ ਕਰਕੇ ਉਹ ਕਿਸਾਨ ਉੱਥੇ ਖੜਾ ਰਹਿੰਦਾ। ਤੇ ਦੂਜੀ ਗੱਲ, ਅਰਬਾਂ ਡਾਲਰ ਸਬਸਿਡੀ ਲੈ ਕੇ ਵੀ ਉਹ ਘਾਟੇ 'ਚ ਹੈ, ਉਹ ਵਾਧੇ 'ਚ ਨਹੀਂ ਹੈ। ਜੇ ਲੈਂਡ ਦੀ ਆਪਾਂ ਗੱਲ ਕਰੀਏ ਕਿ ਸਾਡੇ ਐਵਰੇਜ ਪਰ ਹੈਕਟੇਅਰ ਲੈਂਡ ਜਿਹੜੀ ਸਾਡੇ ਕੰਟਰੀ 'ਚ ਹੈ, ਉਹ 1.1 ਹੈਕਟੇਅਰ ਹੈ। 1 ਹੈਕਟੇਅਰ ਹੀ ਲਾ ਲਓ, ਮੰਨ ਕੇ 2.5 ਏਕੜ ਵਾਲਾ ਸਾਡਾ ਐਵਰੇਜ ਲੈਂਡ ਹੈ। ਅਮਰੀਕਾ 415 ਜਿਹੜਾ ਹੈਕਟੇਅਰ ਦਾ ਲੈਂਡ ਹੋਲਡਿੰਗ ਇੱਕ ਐਵਰੇਜ ਖੇਤ ਹੈ। ਆਸਟ੍ਰੇਲੀਆ 2300 ਹੈਕਟੇਅਰ ਦਾ ਐਵਰੇਜ ਹੈ ਖੇਤ, ਐਡਾ ਵੱਡਾ। ਤੇ ਅਸੀਂ ਕਹਿੰਦੇ ਤੂੰ ਮੁਕਾਬਲਾ ਉਹਦੇ ਨਾਲ ਕਰ, 1 ਏਕੜ ਵਾਲਾ ਤੇ 1 ਏਕੜ ਵਾਲੇ ਨੂੰ ਅਸੀਂ ਨਹੀਂ ਦਿੰਦੇ ਤੇ ਉਹਨੂੰ ਅਸੀਂ ਦੇਵਾਂਗੇ। ਇਹ ਕਿਵੇਂ ਸੰਭਵ ਹੈ? ਜਦੋਂ ਉੱਥੇ ਖੇਤੀ ਦੀ ਲੇਬਰ ਘੱਟ ਹੈ, ਉੱਥੇ ਖੇਤੀ 'ਚੋਂ ਆਮਦਨ ਘੱਟ ਹੈ, ਉੱਥੇ ਸਬਸਿਡੀਆਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ, ਤਾਂ ਅਸੀਂ ਕਿਹੜੇ ਫਾਰਮੂਲਾ ਲਾਗੂ ਕਰਾਂਗੇ ਵੀ ਇੱਥੇ ਚੱਲ ਜਾਊਗਾ? ਜੇ ਇੱਕ ਤਾਂ ਉਹਦੇ ਤੋਂ ਦੇਖਣ ਦਾ ਸਵਾਲ ਹੈ। ਜਿਹੜਾ ਕਿਸਾਨ ਅੰਦੋਲਨ ਸੀ, ਉਹਨੇ 3 ਗੱਲਾਂ ਕੀਤੀਆਂ ਸੀ ਸਭ ਤੋਂ ਇੰਪੋਰਟੈਂਟ, ਔਰ ਉਹੀ ਗੱਲਾਂ ਅੱਜ ਦੀ ਪੋਲੀਟੀਕਲ ਲਾਈਨ ਜੇ ਨਹੀਂ ਬਣਦੀ ਉਹਦੇ ਮੁਤਾਬਕ, ਜਾਂ ਇਕਨੋਮਿਕ ਮਾਡਲ ਨਹੀਂ ਬਣਦਾ, ਤਾਂ ਗੱਲ ਨਹੀਂ ਚੱਲੂਗੀ। ਨੰਬਰ 1 ਉਹਨੇ ਇਹ ਕੀਤਾ ਸੀ ਕਿ ਕਾਰਪੋਰੇਟ ਡਿਵੈਲਪਮੈਂਟ ਦਾ ਜਿਹੜਾ ਏਜੰਡਾ ਹੈ ਜਾਂ ਜਿਹੜਾ ਮਾਡਲ ਹੈ, ਸਾਨੂੰ ਇਹਨੂੰ ਚੁਣੌਤੀ ਦੇਣੀ ਪਏਗੀ। ਸਾਨੂੰ ਇਹ ਮਨਜ਼ੂਰ ਨਹੀਂ ਹੈ। ਸਾਨੂੰ ਕੁਦਰਤ ਤੇ ਮਨੁੱਖ ਪੱਖੀ ਜਿਹੜਾ ਡਿਵੈਲਪਮੈਂਟ ਦਾ ਮਾਡਲ ਚਾਹੀਦਾ, ਜਿਹੜਾ ਕੁਦਰਤ ਦੀ ਵੀ ਰਾਖੀ ਕਰੇ ਤੇ ਜਿਹੜਾ ਬੰਦੇ ਨੂੰ ਵੀ ਬੰਦਾ ਸਮਝੇ, ਇਨਸਾਨੀਅਤ ਦੀ ਗੱਲ ਕਰੇ, ਬਰਾਬਰੀ ਦੀ। ਦੂਜਾ ਉਹਨੇ ਇਹ ਕੀਤਾ ਕਿ ਸਾਡੇ ਆਪਦੇ ਦੇਸ਼ ਦੇ ਵਿੱਚ ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹੜੀ ਤਾਕਤ ਰਾਜਾਂ ਦੇ ਵੀ ਖਿੱਚ ਕੇ ਲਿਜਾ ਰਿਹਾ ਕੇਂਦਰ ਸਰਕਾਰ, ਉਹਦੀ ਬਜਾਏ ਫੈਡਰਲ ਸਟਰਕਚਰ ਹੋਣਾ ਚਾਹੀਦਾ। ਕਿਉਂਕਿ ਖੇਤੀ ਸੂਬੇ ਦਾ ਸਬਜੈਕਟ ਹੈ। ਸੂਬੇ ਦੇ ਸਬਜੈਕਟ ਹੋਣ ਦੇ ਕਰਕੇ ਸਾਨੂੰ ਹਰ ਸੂਬੇ ਨੂੰ ਆਪਣਾ ਰਾਈਟ ਹੋਣਾ ਚਾਹੀਦਾ ਕੋਈ ਕਾਨੂੰਨ ਬਣਾਉਣ ਦਾ। ਪਰ ਇਹਨੂੰ ਘੇਰਾ ਇਹੋ ਜਿਹਾ ਪਾ ਲਿਆ ਬਾਹਰ ਮਰੋੜਨ ਲਈ, ਜਿੰਨੀ ਇਨਪੁੱਟ ਹੈ ਸਾਰੀ, ਫਰਟੀਲਾਈਜ਼ਰ ਦੀ ਕੀਮਤ, ਜਿਹੜੀ ਪੈਸਟੀਸਾਈਡ ਦੀ ਕੀਮਤ, ਜਿੰਨੀ ਐਗਰੋ ਮਸ਼ੀਨਰੀ ਦੀ ਕੀਮਤ, ਇਹ ਤਾਂ ਟੋਟਲ ਕੇਂਦਰ ਦੇ ਹੱਥ ਹੈ। ਇਹ ਤਾਂ ਇਹਨਾਂ ਦੇ ਨਹੀਂ, ਉਹਦੇ ਆਲੇ ਦੁਆਲੇ ਇਹੋ ਜਿਹਾ ਬਲ ਦਿੰਦੇ ਨੇ ਤੇ ਉਹ ਕਹਿੰਦੇ ਲੈ ਲਓ ਆਪਣੀ ਖੇਤੀ ਕਰ ਲਈ। ਤੇ ਜਿਵੇਂ ਵਰਲਡ ਬੈਂਕ IMF ਕੇਂਦਰ ਦੀ ਬਾਂਹ ਮਰੋੜਦਾ, ਉਵੇਂ ਕੇਂਦਰ ਰਾਜ ਦੀ ਬਾਂਹ ਮਰੋੜਦਾ। ਉਹ ਬਾਂਹ ਮਰੋੜੀ ਤੋਂ ਤਾਂ ਖਹਿੜਾ ਛੁੱਟ ਸਕਦਾ ਜੇ ਸਾਡੇ ਫੈਡਰਲ ਕਿਸਮ ਦੀ ਪੋਲੀਟਿਕਸ ਮਰਜ ਹੋਏਗੀ, ਪੈਦਾ ਹੋਏਗੀ। ਤੇ ਤੀਜੀ ਗੱਲ ਉਸੇ ਕਿਸਾਨ ਅੰਦੋਲਨ ਨੇ ਇਹ ਦੱਸੀ ਸੀ ਕਿ ਜਿੰਨਾ ਚਿਰ ਲੋਕਾਂ ਸਾਹਮਣੇ ਜਵਾਬਦੇਹ ਸਰਕਾਰ ਔਰ ਪ੍ਰਸ਼ਾਸਨ ਨਹੀਂ ਬਣਾਉਂਦੇ ਅਸੀਂ, ਉਨਾ ਚਿਰ ਕੁਝ ਨਹੀਂ ਹੋਏਗਾ। ਔਰ ਜਦੋਂ ਕਿਸਾਨ ਇੱਥੇ ਅੰਦੋਲਨ ਵਾਲੇ ਇੱਥੇ ਬੈਠੇ ਸੀਗੇ 36 ਸੈਕਟਰ ਦੇ ਵਿੱਚ, ਉਸ ਸਮੇਂ ਪੋਲੀਟੀਕਲ ਪਾਰਟੀਆਂ ਦੇ ਪ੍ਰਧਾਨ ਆ ਰਹੇ ਸੀ ਇੱਕ ਪੇਸੀ ਦੀ ਤਰ੍ਹਾਂ। ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਅਜੇ ਰੈਲੀਆਂ ਨਾ ਕਰੋ, ਉਹ ਲੋਕਾਂ ਸਾਹਮਣੇ ਜਵਾਬਦੇਹੀ ਦਾ ਇੱਕ ਨਵਾਂ ਫਾਰਮੂਲਾ ਸੀ। ਜਦੋਂ ਇਹਨਾਂ ਨੇ ਪੈਰਲਲ ਪਾਰਲੀਮੈਂਟ ਲਾਈ ਸੀ ਉੱਥੇ ਮਤਵਾਜੀ ਸੰਸਦ, ਔਰ MP ਆ ਕੇ ਜਿਹੜੇ ਦਰਸ਼ਕ ਗੈਲਰੀ 'ਚ ਬੈਠੇ ਸੀ ਤੇ ਇਹਨਾਂ ਦੀ ਗੱਲ ਸੁਣਦੇ ਸੀ, ਉਹ ਮਾਡਲ ਰੀਅਲ 'ਚ ਉਤਰਨਾ ਚਾਹੀਦਾ। ਪੋਲੀਟੀਕਲ ਮਾਡਲ ਅਸਲ ਦੇ ਵਿੱਚ ਪੰਜਾਬ 'ਚ ਔਰ ਦੇਸ਼ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸਾਡੀ ਬਦਕਿਸਮਤੀ ਇਹ ਹੈ ਕਿ ਉਹ ਕਿਸਾਨ ਅੰਦੋਲਨ ਤੱਕ ਤਾਂ ਉਹ ਏਜੰਡਾ ਰਿਹਾ। ਉਸ ਤੋਂ ਬਾਅਦ ਜਦ ਚੋਣਾਂ ਆ ਗਈਆਂ, ਚੋਣਾਂ ਦੇ ਵਿੱਚ ਇਹ ਏਜੰਡਾ ਗੈਪ ਕਿਤੇ ਨਹੀਂ ਦਿਖਾਈ ਦਿੱਤਾ। ਕਿਤੇ ਕਾਰਪੋਰੇਟ ਮਾਡਲ ਦੇ ਖਿਲਾਫ ਜਿੰਨੀਆਂ ਵੀ ਪਾਰਟੀਆਂ ਮੇਨ ਸੀਗੀਆਂ, ਇਹ 'ਚੋਂ ਦਿਖਾਓ, ਜਾਂ ਜਿਹੜੀ ਹੁਣ ਸੱਤਾ 'ਚ ਉਹ ਦਿਖਾ ਦਿਓ ਕਾਰਪੋਰੇਟ ਦੇ ਖਿਲਾਫ ਉਸ ਏਜੰਡੇ ਦੇ ਇੱਕ ਸ਼ਬਦ ਵੀ ਕਦੇ ਕਹਿ ਦੇ, ਜਾਂ ਉਹ ਫੈਡਰਲਿਜ਼ਮ ਲਈ ਲੜਦੀ ਹੋਵੇ, ਜਾਂ ਉਹ ਲੋਕਾਂ ਸਾਹਮਣੇ ਉਵੇਂ ਜਵਾਬਦੇਹੀ ਦੀ ਗੱਲ ਕਰ। ਪਾਰਟੀ ਦੇ ਤਾਂ ਇੱਕ ਬੀਬੀ ਨੇ ਖਰੜ ਤੋਂ MLA ਅਨਮੋਲ ਗਗਨ ਮਾਨ, ਉਹਨਾਂ ਨੇ ਕਿਹਾ ਸੀ ਸਾਨੂੰ ਪਾਵਰ ਦਿਓ, 24 ਘੰਟੇ 'ਚ ਸਾਰੀਆਂ ਫਸਲਾਂ ਤੇ MSP ਲਾਗੂ ਕਰਾਂਗੇ। ਕੀ ਇਹ ਸੰਭਵ ਆ ਜਾਂ ਸਿਰਫ ਇਹਨਾਂ ਦੇ ਦਾਅਵੇ ਸੀਗੇ? ਤਾਂ ਹੁਣ ਕਿੱਥੇ ਗਏ? ਹੁਣ ਕਿਉਂ ਨਹੀਂ ਬੋਲਦੇ ਉਹ?
ਦੇਖੋ ਜਿਹੜੀ ਕਹਿੰਦੇ ਨੇ ਅੱਧੀ ਅਧੂਰੀ ਜਾਣਕਾਰੀ ਮੂਰਖਾਨਾ ਹੁੰਦੀ ਹੈ, ਕੋਈ ਫਾਇਦਾ ਨਹੀਂ, ਮੂਰਖ ਤੋਂ ਵੀ ਜ਼ਿਆਦਾ ਅੱਗੇ ਦੀ ਗੱਲ ਹੁੰਦੀ ਹੈ। ਜੇ ਤੁਸੀਂ ਉਹੀ ਸਮਝਦੇ ਹੋ ਲੋਕਾਂ ਨੂੰ ਵੀ ਤੇ ਆਪਦੇ ਆਪ, ਮੈਨੂੰ ਲੱਗਦਾ ਉਹ ਆਪਦਾ ਆਪ ਜਲੂਸ ਕੱਢਣਾ ਹੁੰਦਾ। ਜੋ ਵੀ ਚੀਜ਼ਾਂ ਲੋਕਾਂ ਨੂੰ ਪਤਾ ਹੁੰਦਾ ਚੀਜ਼ਾਂ ਨੇ, ਡਾਂਗ ਤਾਂ ਮਾਰਨੀ ਨਹੀਂ ਹੁੰਦੀ ਕਿਸੇ ਨਾ ਕਿਸੇ ਦੇ ਜਾ ਕੇ। ਜਦੋਂ ਬੰਦਾ ਬੋਲਦਾ ਉਹਦੀ ਲਿਆਕਤ ਦਾ ਲੈਵਲ ਮਤਲਬ ਪਤਾ ਲੱਗ ਜਾਂਦਾ। ਕੋਈ ਵੀ ਸਟੇਟ ਤੁਸੀਂ ਤਾਂ ਛੱਡੋ, ਦੇਸ਼ ਦੀ ਕੋਈ ਵੀ ਸਟੇਟ ਇਸ ਕਾਬਲ ਨਹੀਂ ਹੈ ਕਿ ਉਹ MSP ਦੀ ਗਾਰੰਟੀ ਕਰ ਸਕੇ। ਉਹ ਤਾਂ ਆਪ ਫਸੀ ਹੋਈ ਹੈ। ਉਹ ਇਸ ਲੈਵਲ ਤੇ ਖੜੀਆਂ ਨੇ ਸਟੇਟਾਂ, ਬੈਂਕਰਪਟ ਹੋ ਰਹੀਆਂ ਨੇ, ਕਰਜ਼ੇ ਦੇ ਵਿਆਜ ਨਹੀਂ ਦਿੱਤੇ ਜਾ ਰਹੇ, ਸਕੂਲ ਕਾਲਜ ਨਹੀਂ ਉਹਨਾਂ ਤੋਂ ਚੱਲ ਰਹੇ, ਤਾਂ ਸਾਰਾ ਕੁਝ ਵੇਚਿਆ ਜਾ ਰਿਹਾ ਓਵਰਆਲ ਜਿਹੜਾ ਪਬਲਿਕ ਸੈਕਟਰ ਦਾ। ਤੁਸੀਂ ਉਹਨੂੰ ਹੀ ਨਹੀਂ ਚਲਾ ਸਕਦੇ ਤਾਂ ਉਹ ਕਿਵੇਂ ਚੱਲੂਗਾ? ਇਸ ਲਈ ਉਹ ਜਾਂ ਤਾਂ ਮੂਰਖ ਲੋਕਾਂ ਨੂੰ ਸਮਝਣਾ ਜਾਂ ਆਪਣੇ ਆਪ ਨੂੰ ਵੀ ਮੂਰਖਾਨਾ ਮਾਹੌਲ ਦੇ ਵਿੱਚ ਸਿਰਜਣਾ। ਜਿਹੜੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਇਸ ਤਰੀਕੇ ਨਾਲ ਦੇ ਦਾਂਗੇ ਜੀ, ਹਾਂ ਇੱਕ ਤਰੀਕੇ ਨਾਲ ਦੇ ਸਕਦੇ ਨੇ ਜੇ ਉਹ ਇਹ ਗਰੰਟੀ ਕਰਨ ਕਿ ਅਸੀਂ ਪੋਲੀਟੀਕਲ ਲੜਾਈ ਲੜੀ ਹੈ। ਹੁਣ ਕੇਵਲ 3 ਜਾਂ 4 ਡਿਪਾਰਟਮੈਂਟ ਕੇਂਦਰ ਕੋਲ ਨੇ, ਬਾਕੀ ਸਾਡੇ ਕੋਲ ਨੇ। ਪਾਕਿਸਤਾਨ ਨਾਲ ਸਮਝੌਤਾ ਵੀ ਅਸੀਂ ਆਪ ਕਰਾਂਗੇ, ਫਸਲਾਂ ਵੀ ਉੱਥੇ ਆਪ ਦੇਵਾਂਗੇ, ਵੇਚ ਕੇ ਵੀ ਆਪਣੀਆਂ ਆਪ ਆਵਾਂਗੇ। ਔਰ ਤੁਸੀਂ ਦੇਖੋ ਕਿ ਜੇ ਬਾਰਡਰ ਖੁੱਲ੍ਹ ਜਾਂਦਾ ਹੈ ਭਾਰਤ ਪਾਕਿਸਤਾਨ ਦਾ, ਤੇ ਜਿੰਨਾ ਮਹਿੰਗਾਈ ਹੈ ਇਸ ਸਮੇਂ ਪਾਕਿਸਤਾਨ ਦੇ ਵਿੱਚ ਹੈ, ਸਾਡਾ ਕਿਸਾਨ ਹੀ ਕਣਕ ਆਪੀ ਤਾਂ 3500 ਰੁਪਏ ਕੁਇੰਟਲ ਵੇਚ ਆਊਗਾ ਉੱਥੇ ਜਾ ਕੇ। ਕਿਉਂ ਤੁਸੀਂ ਉਹਨੂੰ, ਤੁਸੀਂ ਕਹਿੰਦੇ ਹੋ ਇੱਥੋਂ ਵਪਾਰੀ ਉਹ ਤੋਂ ਖਰੀਦ ਲੇ ਤੇ ਬਾਕੀ ਚੀਜ਼ਾਂ ਮਤਲਬ ਵਪਾਰੀ ਕਮਾਏ ਪੈਸਾ, ਕਿਸਾਨ ਨਾ ਕਮਾਏ। ਤੁਸੀਂ ਇਸ ਪਾਸੇ ਚੱਲਣ ਦਿਓ ਫਿਰ ਸਟੇਟ ਨੂੰ। ਸਟੇਟ ਇਹੋ ਜਿਹੇ ਐਗਰੀਮੈਂਟ ਕਰ ਲਏ ਆਪਣੇ ਨੇੜੇ ਤੇੜੇ ਜਿਹੜੇ ਵੀ ਚੀਜ਼ਾਂ ਹੁੰਦੀਆਂ ਨੇ। ਜਾਂ ਤਾਂ ਉਹ ਰਾਈਟਸ ਲਓ, ਜਿੰਨੇ ਰਾਈਟਸ ਕਿਸੇ ਦੇਸ਼ ਨੂੰ ਇੱਕ ਦੂਜੇ ਨਾਲ ਜਾਂ ਅੰਦਰ, ਜਾਂ ਉਹਨਾਂ ਪੈਸਾ ਜਾਂ ਉਹਨਾਂ ਰੈਵਨਿਊ ਤੁਹਾਨੂੰ ਆਉਂਦਾ ਹੋਵੇ। ਤੁਹਾਡੇ ਕੋਲ ਜਿਹੜੀ GST ਆਉਂਦੀ ਹੈ, ਤੁਹਾਡਾ ਤਾਂ GST ਨੇ ਮਤਲਬ ਟੈਕਸ ਲਾਉਣ ਦਾ ਵੀ ਤੇ ਕਿਸੇ ਚੀਜ਼ ਤੋਂ ਟੈਕਸ ਹਟਾਉਣ ਦਾ ਵੀ ਹੱਕ ਹੀ ਖੋਲ੍ਹਿਆ ਸਟੇਟ ਗੌਰਮੈਂਟਾਂ ਤੋਂ। ਉਹਨੇ ਕੀ ਕਰਨਾ? ਆ ਜਿੱਦਣ ਤੇਲ ਵੀ GST 'ਚ ਚਲਾ ਗਿਆ, ਇਹ ਤਾਂ ਬੈਟ ਬੂਟ ਕਰਕੇ ਇਹਨਾਂ ਨੂੰ ਆਮਦਨ ਹੋਈ ਜਾਂਦੀ ਹੈ ਜਿੰਨੇ ਵੀ ਹੋ ਜਾਂਦਾ, ਕਿਉਂਕਿ ਤੇਲ ਮਹਿੰਗਾ ਹੋਈ ਜਾਂਦਾ। ਜਾਂ ਸ਼ਰਾਬ ਹੈ ਮਾੜੀ ਮੋਟੀ ਜਿਹਦੇ ਤੁਸੀਂ ਲਾ ਕੇ ਕਰਦੇ ਹੋ, ਹੋਰ ਪੈਸਾ ਕਿੱਥੇ ਹੈ? ਜਿਸ ਤਰ੍ਹਾਂ ਪਿਛਲੇ ਦਿਨੀ ਅਡਾਨੀਆਂ ਦੇ ਸਾਈਲੋਜ਼ ਦੇ ਵਿੱਚ ਕਿਸਾਨਾਂ ਨੇ ਕਣਕ ਸੁੱਟੀ ਤੇ ਕੋਈ ਕਿਸਾਨਾਂ ਨੂੰ ਕਹਿ ਰਿਹਾ ਕਿ ਜੀ ਇਹਨਾਂ ਨੇ 700 ਸ਼ਹੀਦੀ ਨੂੰ ਭੁੱਲ ਕੇ ਉਹਦਾ ਮੁੱਲ ਨਹੀਂ ਪਾਇਆ, ਤੇ ਕੋਈ ਕਿਸਾਨਾਂ ਨੂੰ ਆਖ ਰਿਹਾ ਕਿ ਠੀਕ ਹੈ ਜੀ ਜਿੱਥੇ ਵੱਧ ਪੈਸੇ ਮਿਲਦੇ ਨੇ ਉੱਥੇ ਜਾਓ। ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਇਹ ਇੱਕ ਚਰਚਾ ਛਿੜ ਗਈ ਹੈ। ਮੈਨੂੰ ਲੱਗਦਾ ਉਹ ਬਰਤਾਂਤ ਹੀ ਗਲਤ ਸਿਰਜਿਆ ਗਿਆ। ਉਹ ਕੋਈ ਅਡਾਨੀ ਦਾ ਹੈ, ਉਹ FCI ਨੇ ਠੇਕੇ ਤੇ ਲਿਆ ਹੋਇਆ ਆਲਰੇਡੀ ਠੇਕੇ ਤੇ। ਤੁਸੀਂ ਇਹ ਤਾਂ ਵਿਰੋਧ ਕਰ ਸਕਦੇ ਹੋ ਕਿ FCI ਨੇ ਅਡਾਨੀ ਦਾ ਕਿਉਂ ਸਾਈਲੋ ਠੇਕੇ ਤੇ ਲਿਆ ਹੋਇਆ, ਕਿੰਨੇ ਪੈਸੇ ਦੇ ਰਹੇ ਹੋ, ਕਿਉਂ ਉਹਨੂੰ ਜ਼ਿਆਦਾ ਪੈਸੇ ਦੇ ਰਹੇ ਹੋ। ਪਰ ਉਹੀ ਏਜੰਸੀ ਹੈ ਜਿਹੜੀ ਲੈ ਕੇ ਉੱਥੇ ਜਾ ਰਹੀ ਹੈ। ਔਰ ਇਸ ਤੋਂ ਬਾਅਦ ਸਗੋਂ ਚਾਲ ਤਾਂ ਇਹ ਸੀ ਇਹਨਾਂ ਨੇ ਠੇਕੇ ਤੇ ਲਿਆ ਹੋਇਆ ਕਿ ਅਡਾਨੀ ਬਣਾ ਲੂਗਾ ਉੱਥੇ, ਹੌਲੀ ਹੌਲੀ FCI ਦੇ ਦੂਜੇ ਵੀ ਖਰੀਦ ਲੂਗਾ। ਇਹ ਰਿਪਲੇਸ ਕਰਨਾ ਤਿੰਨੇ ਕਾਨੂੰਨਾਂ ਦੇ ਤਹਿਤ, ਤੇ ਤਾਂ ਕਿ ਉਹਨਾਂ ਕੋਲ ਇੱਕ ਇਨਫਰਾਸਟ੍ਰਕਚਰ ਰਹੇ। ਇਹ ਇੱਕ ਲੰਮੇ ਦਾਅ ਦੀ ਖੇਡ ਹੈ। ਇਸ ਲਈ ਆਪਦੇ ਹੀ ਬੰਦਿਆਂ ਨੂੰ ਇੱਧਰ ਉੱਧਰ ਜਾ ਕੇ ਲੜਾਈ ਕਰਨੀ, ਜੇ ਕਰਨਾ ਉਹ ਕਰਨਾ, ਉਹ ਸਵਾਲ ਨਹੀਂ ਹੈ। ਪਾਲਿਸੀ ਦਾ ਕੁਐਸਚਨ ਹੈ ਕਿ ਕਾਰਪੋਰੇਟ ਦੇ ਹਵਾਲੇ ਖੇਤੀ ਔਰ ਫੂਡ ਕਰ ਦੇਣਾ ਜਾਂ ਇਹਦੇ ਉਲਟ ਮਤਲਬ ਤੁਸੀਂ ਸਟੈਂਡ ਲੈਣਾ। ਤੁਸੀਂ ਸਾਈਲੋ ਜਿਹੜਾ ਹੈ ਇਹਦੇ ਤੇ ਲੜਾਈ ਲੜ ਸਕਦੇ ਹੋ ਕਿ ਸਾਈਲੋ ਖਰੀਦ ਲੈ, ਫਿਰ FCI ਠੇਕੇ ਤੇ ਕਿਉਂ ਲੈਂਦੀ ਹੈ? ਉਹਦੀ ਮਲਕੀਅਤ ਹੋਣੀ ਚਾਹੀਦੀ ਹੈ। ਪ੍ਰਾਈਵੇਟ ਕਿਸ ਰੇਸ਼ੋ 'ਚ ਤੁਸੀਂ ਲੈ ਰਹੇ ਹੋ? ਤੁਹਾਨੂੰ FCI ਤੋਂ ਹਾਲੇ ਤੱਕ ਆਪਣੇ ਨਹੀਂ ਬਣੇ ਗੋਦਾਮ ਕਿੰਨੇ ਸਾਲ 'ਚ? ਨਹੀਂ, FCI ਕੋਲ ਬਹੁਤ ਗੋਦਾਮ ਹੈਗੇ ਵੀ ਨੇ, ਪਰ ਜਿਹੜਾ ਨਵੀਂ ਟੈਕਨੀਕ ਦਾ ਇਹ ਉਹਨਾਂ ਨੂੰ ਤੁਸੀਂ ਫਾਇਦਾ ਦੇ ਰਹੇ ਹੋ ਤਾਂ ਕਿ ਫਿਊਚਰ ਉਹਨਾਂ ਦੇ ਹੱਥ ਚਲਾ ਜਾਵੇ, ਫਿਊਚਰ ਸਾਡੇ ਕੋਲ ਨਾ ਰਹੇ। ਇਹ ਇੱਕ ਪਲਾਨਿੰਗ ਦਾ ਹਿੱਸਾ ਹੈ। ਜਦੋਂ ਤੁਸੀਂ ਪਲਾਨਿੰਗ ਸ਼ਾਂਤਾ ਕੁਮਾਰ ਕਮੇਟੀ ਨੇ ਰਿਪੋਰਟ ਦੇਤੀ ਕਿ FCI ਤੋੜ ਦਿਓ, ਅਨਬੰਡਲ ਕਰ ਦਿਓ, ਅੱਗੇ ਤੋਂ ਦਾਣਾ ਦਾਣਾ ਖਰੀਦਣਾ ਬੰਦ ਕਰ ਦਿਓ, ਇਹ ਉਹ ਦਿਸ਼ਾ 'ਚ ਬਣੇ ਹੋਏ ਸਾਈਲੋ ਨੇ। ਇਹਦੇ ਤੋਂ ਇੱਕ ਨਜ਼ਰ ਆਉਂਦੀ ਚੀਜ਼ ਗਵਰਨਮੈਂਟ ਦੇ ਦਿਮਾਗ ਦੀ ਹੈ, ਕਿਉਂਕਿ ਉਹਨੇ ਬਹੁਤ ਪਹਿਲਾਂ ਸੋਚ ਲਿਆ ਕਿ ਇਹਨਾਂ ਨੂੰ ਆਪਦਾ ਬੁਨਿਆਦੀ ਢਾਂਚਾ ਬਣਾ ਲੈਣ ਦਿਓ, ਫਿਰ ਆਪਾਂ ਜਾ ਕੇ ਕਾਨੂੰਨ ਬਣਾਵਾਂਗੇ ਤਾਂ ਕਿ ਉਹ ਮਾਲ ਸਿੱਧੇ ਦਾ ਸਿੱਧਾ ਫਿਰ ਸਾਰਾ ਉਹਨਾਂ ਦੇ ਹਵਾਲੇ ਹੋ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਔਰ ਇਹਨੂੰ ਪਾਲਿਸੀ ਲੈਵਲ ਤੇ ਮੇਰਾ ਖਿਆਲ ਹੈ ਨਜਿੱਠਣ ਦੀ ਤੇ ਇਹਦੇ ਤੇ ਬਰਤਾਤ ਖੜਾ ਕਰਨ ਦੀ ਲੋੜ ਹੈ। ਤਾਂ ਸਰ ਜਿਸ ਤਰ੍ਹਾਂ ਜੋ ਸਰਕਾਰ ਕਰਨਾ ਚਾਹੁੰਦੀ ਸੀ ਖੇਤੀ ਕਾਨੂੰਨ ਲਿਆ ਕੇ, ਇਹ ਕਿਹਾ ਜਾ ਸਕਦਾ ਕਿ ਹੁਣ ਸਰਕਾਰ ਕਰ ਰਹੀ ਹੈ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਵੀ ਉਹੀ ਕੁਝ ਹੋ ਰਿਹਾ, ਕਿਉਂਕਿ ਇਹ ਸਾਰਾ ਡਾਇਵਰਟ ਹੋਊਗਾ। ਅੱਜ ਅਡਾਨੀਆਂ ਦੇ ਸੈਲੋ ਠੇਕੇ ਤੇ ਲਏ ਨੇ ਤੇ ਕੱਲ ਨੂੰ ਦੁਬਾਰਾ ਫਿਰ ਇਹ ਇੱਕ ਬਰਤਾਂਤ ਜਿਸ ਤਰ੍ਹਾਂ ਤੁਸੀਂ ਕਿ ਸਿਰਜ ਕੇ ਸਾਰਾ ਕੁਝ ਅਡਾਨੀਆਂ ਦੇ ਹੱਥ 'ਚ ਹੀ ਆ ਜਾਊਗਾ। ਨਹੀਂ, ਸਰਕਾਰ ਦੀ ਕੋਸ਼ਿਸ਼ ਤਾਂ ਇਹ ਰਹੂਗੀ। ਇਹ ਤਾਂ ਲੜਾਈ ਹੈ ਅਸਲ 'ਚ, ਦੋ ਵਿਚਾਰਾਂ ਦੀ ਲੜਾਈ ਹੈ, ਦੋ ਧਿਰਾਂ ਦੀ ਲੜਾਈ ਹੈ। ਇੱਕ ਪਾਸੇ ਜਨਰਲ ਖਲਕਤ ਹੈ, ਕਹਿੰਦੇ 99% ਲੋਕ, ਔਰ ਇੱਕ ਪਾਸੇ 1% ਲੋਕ। ਜੋਸਫ ਸਟੈਗਲੇਟਸ ਬਹੁਤ ਬੜੇ ਅਰਥਸ਼ਾਸਤਰੀ, ਨੋਬਲ ਪ੍ਰਾਈਜ਼ ਵਿਨਰ ਨੇ, ਜਿਹੜੇ ਅਮਰੀਕਨ ਰਾਸ਼ਟਰਪਤੀ ਦੇ ਸਲਾਹਕਾਰ ਰਹੇ, ਬੜੀ ਇਕਨੋਮਿਕ ਐਡਵਾਈਜ਼ਰ। ਉਹ ਕਹਿੰਦੇ ਨੇ ਇਹ ਮਾਡਲ ਹੀ 1% ਬਨਾਮ 99% ਦਾ, ਤੇ ਇਹ 1% ਨੂੰ ਫਾਇਦਾ ਦੇ ਰਿਹਾ, 99% ਨੂੰ ਨਹੀਂ। ਜਦੋਂ ਉਸੇ ਮਾਡਲ ਤੇ ਚੱਲਣਗੀਆਂ ਸਰਕਾਰਾਂ ਤਾਂ ਇਹ ਖਾਮ ਖਿਆਲੀ ਹੋ ਜਾਣੀ ਵੀ ਇੱਕ ਲੜਾਈ ਨਾਲ ਸਭ ਕੁਝ ਬੰਦ ਹੋ ਗਿਆ। ਉਹ ਲੜਾਈ ਕੁਝ ਦੇਰ ਲਈ ਉਹਦੇ ਤੇ ਰੁਕਾਵਟ ਪੈਦਾ ਕਰਦੀ ਹੈ।
ਜਿੰਨਾ ਚਿਰ ਪਾਲਿਸੀ ਚੇਂਜ ਨਹੀਂ ਹੁੰਦੀ ਉਹਨਾਂ ਚਿਰ ਇਸ ਲਈ ਲੜਾਈ ਕੰਟੀਨਿਊ ਕਰਨੀ ਪਊਗੀ ਸਾਨੂੰ ਸੰਘਰਸ਼ ਜਿਹੜੇ ਤੁਸੀਂ ਕਹਿੰਦੇ ਜਾਰੀ ਰੱਖਣੇ ਪੈਣਗੇ। ਉਹ ਲਗਾਤਾਰਤਾ ਦੀ ਲੋੜ ਹੈ ਉਹਦੇ 'ਚ, ਇੱਕ ਗੱਲ ਨਹੀਂ ਹੈ। ਔਰ ਇਹ ਇੱਕ ਦਿਸ਼ਾ ਦਾ ਸਵਾਲ ਹੈ, ਉਹ ਦਿਸ਼ਾ ਦੱਬੀ ਆ ਰਹੀ ਹੈ। ਇਹ ਤਾਂ ਇੰਨਾ ਹੀ ਹੁੰਦਾ ਕਿ ਥੋੜੀ ਦੇਰ ਲਈ ਉਹ ਪਿੱਛੇ ਹਟ ਗਿਆ, ਥੋੜੀ ਦੇਰ ਲਈ ਉਹ ਪਿੱਛੇ ਹਟ ਗਿਆ। ਜੰਗ ਜਿਹੜੀ ਐਵੇਂ ਹੀ ਹੁੰਦੀ ਹੈ। ਜੇ 99% ਲੋਕਾਂ ਨੇ ਆਪਣੇ ਫੇਵਰ ਦਾ ਸਮਾਜ ਸਿਰਜਣਾ ਹੈ ਤਾਂ ਉਹ 1% ਵਾਲੀ ਜਿਹੜੀ ਮਾਨਸਿਕਤਾ ਹੈ ਉਹਦੇ ਖਿਲਾਫ ਲੜਾਈ ਦੀ ਲਗਾਤਾਰਤਾ 'ਚ ਲੋੜ ਹੈ। ਇਹ ਨਹੀਂ ਕਿ ਹੁਣ ਮੁੱਕ ਗਈ ਲੜਾਈ, ਚਲੋ ਜੀ 3 ਕਾਨੂੰਨ ਆ ਗਏ। ਇਹ ਮੇਰਾ ਖਿਆਲ ਹੈ ਇੱਕ ਲੰਮੀ ਵਿਉਂਤਬੰਦੀ ਬਾਰੇ ਸੋਚਣਾ ਪਏਗਾ। ਸ਼ੁਕਰੀਆ ਸਰ, ਧੰਨਵਾਦ ਸਮਾਂ ਦੇਣ ਦੇ ਲਈ। ਸੋ ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਿਨ੍ਹਾਂ ਅਸੀਂ ਖੇਤੀਬਾੜੀ ਅਤੇ ਬਿਜਲੀ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ ਤੇ ਨਾਲੇ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੇ ਇਸ ਚੱਕਰ 'ਚੋਂ ਨਿਕਲਣਾ ਤਾਂ ਕਿਸਾਨਾਂ ਨੂੰ ਵੀ ਐਫਰਟ ਕਰਨੇ ਪੈਣਗੇ ਤੇ ਸਰਕਾਰਾਂ ਨੂੰ ਵੀ ਕਿਸਾਨਾਂ ਦਾ ਸਹਿਯੋਗ ਦੇਣ ਦੀ ਲੋੜ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।